मत तेरी थीर रहे, मत तेरी थीर रहे, मत तेरी थीर रहे, मत तेरी थीर परम विचों जाए, परम विचों जाए, मत तेरी थीर रहे, मत तेरी थीर परम विचों जाए, परम विचों जाए, मत तेरी थीर आए, मत तेरी थीर। ना काशी मत उपजे, ना काशी मत उपजे, ना काशी मत उपजे, ना काशी मत जा, मत जाए, सतगुर मिलिए मत उपजे, सतगुर मिलिए मत उपजे, इसो जी पाए, सोझी पाए, मत तेरी थीर रहे, मत तेरी थीर परम विचों जाए, परम विचों जाए, मत तेरी थीर, मत तेरी थीर। हर कथा तू सुन रे मन, शब्द मन वसाए, शब्द मन वसाए, मत तेरी थीर, मत
ਥਿਰ ਤਪਰਮ ਵਿੱਚੋਂ ਜਾਏ ਪਰਮ ਵਿੱਚੋਂ ਜਾਏ ਇਹ ਮਤ ਤੇਰੀ ਥਿਰ ਇਹ ਮਤ ਤੇਰੀ ਤਪਰਮ ਵਿੱਚੋਂ ਜਾਏ ਤਪਰਮ ਵਿੱਚੋਂ ਜਾਏ ਇਹ ਮਤ ਤੇਰੀ ਥਿਰ ਇਹ ਮਤ ਤੇਰੀ ਹਰ ਚਰਨ ਹਿਰਦੈ ਵਸਾਏ ਤੂੰ ਹਰ ਚਰਨ ਹਿਰਦੈ ਵਸਾਏ ਕਿਲ ਵਿਖ ਹੋਵੇ ਨਾਸ ਕਿਲ ਵਿਖ ਹੋਵੇ ਨਾਸ ਪੰਚ ਭੂਤ ਵਸ ਕਰੇ ਪੰਚ ਭੂਤ ਵਸ ਕਰੇ ਤਾ ਤੀਰਥ ਕਰਹਿ ਨਿਵਾਸ ਤੀਰਥ ਕਰਹਿ ਨਿਵਾਸ ਇਹ ਮਤ ਤੇਰੀ ਥਿਰ ਇਹ ਮਤ ਤੇਰੀ ਥਿਰ ਤਪਰਮ ਵਿੱਚੋਂ ਜਾਏ ਤਪਰਮ ਵਿੱਚੋਂ ਜਾਏ ਇਹ ਮਤ ਤੇਰੀ ਥਿਰ ਇਹ ਮਤ ਤੇਰੀ ਥਿਰ ਰਹੇ ਮਨ ਮੁਖ ਏ ਮਨ ਮੁਗਧ ਹੈ ਮਨ ਮੁਖ ਏ ਮਨ ਮੁਗਧ ਹੈ ਸੋਝੀ ਕਿਛੂ ਨ ਪਾਏ ਸੋਝੀ ਕਿਛੂ ਨ ਪਾਏ ਹਰ ਕਾ ਹਰ ਕਾ ਨਾਮ ਨਾ ਬੁਝਈ ਅੰਤ ਗਿਆ ਪਛਤਾਏ ਅੰਤ ਗਿਆ ਪਛਤਾਏ ਇਹ ਮਤ ਤੇਰੀ ਥਿਰ ਇਹ ਮਤ ਤੇਰੀ ਥਿਰ ਤਪਰਮ ਵਿੱਚੋਂ ਜਾਏ ਪਰਮ ਵਿੱਚੋਂ ਜਾਏ
ਇਹ ਮਤ ਤੇਰੀ ਥਿਰ ਇਹ ਮਤ ਤੇਰੀ ਥਿਰ ਰਹਿ। ਇਹ ਮਨ ਕਾਸ਼ੀ ਸਭ ਤੀਰਥ ਸਿਮਰਤ ਇਹ ਮਨ ਕਾਸ਼ੀ ਸਭ ਤੀਰਥ ਸਿਮਰਤ ਸਤਿਗੁਰ ਦੀਆ ਬੁਝਾਏ ਸਤਿਗੁਰ ਦੀਆ ਬੁਝਾਏ। 68 ਤੀਰਥ ਤਿਸ ਸੰਗ ਰਹੇ 68 ਤੀਰਥ ਤਿਸ ਸੰਗ ਰਹੇ ਜਿਨ ਹਰ ਹਿਰਦੈ ਰਿਆ ਸਮਾਏ ਜਿਨ ਹਰ ਹਿਰਦੈ ਰਿਆ ਸਮਾਏ। ਇਹ ਮਤ ਤੇਰੀ ਥਿਰ ਰਹਿ ਇਹ ਮਤ ਤੇਰੀ ਥਿਰ ਤਪਰਮ ਵਿੱਚੋਂ ਜਾਏ ਤਪਰਮ ਵਿੱਚੋਂ ਜਾ ਇਹ ਮਤ ਤੇਰੀ ਥਿਰ ਇਹ ਮਤ ਤੇਰੀ ਥਿਰ ਰਹਿ। ਨਾਨਕ ਸਤਿਗੁਰ ਮਿਲਿਆ ਹੁਕਮ ਏਕ ਵਸਿਆ ਮਨ ਏਕ ਵਸਿਆ ਮਨ ਜੋ ਤੁਧ ਪਾਵੇ ਸਭ ਸੱਚ ਹੈ ਜੋ ਤੁਧ ਪਾਵੇ ਸਭ ਸੱਚ ਹੈ ਸੱਚੇ ਰਹਿ ਸਮਾਏ ਸੱਚੇ ਰਹਿ ਸਮਾਏ। ਇਹ ਮਤ ਤੇਰੀ ਥਿਰ ਇਹ ਮਤ ਤੇਰੀ ਥਿਰ ਰਹਿ ਤਪਰਮ ਵਿੱਚੋਂ ਜਾਏ ਤਪਰਮ ਵਿੱਚੋਂ ਜਾਏ। ਇਹ ਮਤ ਤੇਰੀ ਥਿਰ ਰਹਿ ਇਹ ਮਤ ਤੇਰੀ ਇਹ ਮਤ ਤੇਰੀ ਇਹ ਮਤ ਤੇਰੀ ਥਿਰ ਰਹਿ। ਹਰ ਕਥਾ ਤੂੰ ਸੁਣ ਰੇ ਮਨ ਸ਼ਬਦ ਮਨ ਵਸਾਏ ਇਹ ਮਤ ਤੇਰੀ ਥਿਰ ਰਹਿ ਤਾਂ ਪਰਮ ਵਿੱਚੋਂ ਜਾਏ ਰਹਾਉ। ਪਿਆਰੀ ਸਾਧ ਸੰਗਤ ਜੀ, ਜੋ ਅਸੀਂ ਸ਼ਬਦ ਗਾਇਨ ਕੀਤਾ ਗੁਜਰੀ ਮਹਿਲਾ ਤੀਜਾ ਪੰਚਪਦੇ, ਸਾਡੇ ਵੀਰ ਮਨਿੰਦਰ ਸਿੰਘ ਜੀ ਔਰ ਸਾਡੀ ਭੈਣ ਰਵਿੰਦਰ ਕੌਰ ਜੀ ਦੇ ਸਪੈਸ਼ਲ ਉਪਰਾਲੇ ਵਿੱਚ ਉਹਨਾਂ ਨੇ ਅੱਜ ਮੈਂ ਜਿਸ ਤਰ੍ਹਾਂ ਇੱਥੇ ਆ ਕੇ ਪੋਸਟਰ ਦੇਖਿਆ
ਪ੍ਰਬੰਧਕ ਸੱਜਣਾ ਨੇ ਛਾਪਿਆ ਕਿ ਪ੍ਰੋਗਰਾਮ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਨ ਮਨਾ ਰਹੇ ਨੇ ਅਤੇ ਮੈਂ ਬਿਲਕੁਲ ਲਾਸਟ ਮੂਮੈਂਟ ਸ਼ਬਦ ਪਿਕਅਪ ਕੀਤਾ ਗੁਰੂ ਅਮਰਦਾਸ ਪਾਤਸ਼ਾਹ ਦਾ। ਗੁਰੂ ਅਮਰਦਾਸ ਪਾਤਸ਼ਾਹ ਦਾ ਇਹ ਗੁਜਰੀ ਰਾਗ ਵਿੱਚ 5 ਪਦੇ ਦਾ ਸ਼ਬਦ ਹੈ। ਇਸ ਵਿੱਚ 5 ਪਦੇ ਹਨ। ਭਾਵ ਦਿਸ ਸ਼ਬਦ ਕੰਟੇਨਸ 5 ਸਟੈਂਜ਼ਾਸ ਔਰ ਹਰ ਪਦੇ ਵਿੱਚ 2-2 ਲਾਈਨਾਂ ਹਨ। ਕਈ ਵਾਰੀ 3-3 ਲਾਈਨਾਂ ਦੇ ਸ਼ਬਦ ਵੀ ਹੁੰਦੇ ਨੇ ਤਾਂ ਇੱਕ ਪਦਾ ਹੁੰਦਾ ਹੈ। ਔਰ ਜਿਸ ਸ਼ਬਦ ਵਿੱਚ 8 ਪਦੇ ਹੁੰਦੇ ਨੇ ਉਸ ਨੂੰ ਅਸ਼ਟਪਦੀਆ ਕਹਿੰਦੇ ਨੇ। ਪਰ 8 ਪਦੇ ਤੋਂ ਜ਼ਿਆਦਾ ਵਾਲੇ ਵੀ ਸਾਰੇ ਅਸ਼ਟਪਦੀਆਂ ਦੇ ਸਿਰਲੇਖ ਹੇਠਾਂ ਹੀ ਕੰਪਾਈਲ ਕੀਤੇ ਜਾਂਦੇ ਨੇ ਜ਼ਿਆਦਾਤਰ। ਅੱਜ ਦੇ ਇਸ ਸ਼ਬਦ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ 491 ਭਾਵ 491 ਅੰਕ 'ਤੇ ਸੁਸ਼ੋਭਿਤ ਕੀਤਾ ਗਿਆ। ਅਸੀਂ ਸ਼ਬਦ ਜਦੋਂ ਵੀ ਗਾਇਨ ਕਰਦੇ ਹਾਂ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਾਂ ਤਾਂ ਜਿਹੜੀ ਪ੍ਰਚਲਿਤ ਪੰਕਤੀ ਹੈ, ਜਿਹੜੀ ਆਮ ਸੰਗਤਾਂ ਨੂੰ ਪਤਾ ਹੈ, ਉੱਥੋਂ ਗਾਇਨ ਕਰੀਏ ਔਰ ਫਿਰ ਉਸ ਦੇ ਨਾਲ ਰਹਾਉ ਨੂੰ ਗਾਇਨ ਕਰਕੇ ਰਹਾਉ ਤੋਂ ਸ਼ਬਦ ਦੇ ਅਰਥ ਸਮਝਣ ਦਾ ਯਤਨ ਕਰੀਏ। ਵਰਨਾ ਮੈਕਸਿਮਮ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਸ਼ਬਦ ਨੂੰ ਰਹਾਉ ਤੋਂ ਹੀ ਗਾਇਨ ਕਰੀਏ। ਅੱਜ ਦੇ ਸ਼ਬਦ ਦਾ ਰਹਾਉ। ਹਰ ਕਥਾ ਤੂੰ ਸੁਣ ਰੇ ਮਨ, ਸ਼ਬਦ ਮਨ ਵਸਾਏ। ਤੁਸੀਂ ਜਦੋਂ ਆਪ ਬਾਣੀ ਖੋਜ ਕੇ ਪੜ੍ਹਦੇ ਹੋ ਤਾਂ ਦੇਖਦੇ ਹੋ ਪਹਿਲਾਂ ਜਿਹੜਾ ਮਨ ਲਿਖਿਆ ਹੋਇਆ ਦਾ ਨੰਨਾ ਮੁਕਤਾ ਹੈ ਔਰ ਬਾਅਦ ਵਿੱਚ ਜਿਹੜਾ ਮਨ ਦੇ ਨੰਨੇ ਨੂੰ ਸਿਆਰੀ ਲੱਗੀ ਹੋਈ ਹੈ, ਉਹਦਾ ਮਤਲਬ ਹੁੰਦਾ ਮਨ ਦੇ ਵਿੱਚ। ਪਹਿਲਾਂ ਸਿਰਫ ਮਨ ਨੂੰ ਮੁਖਾਤਿਬ ਕੀਤਾ ਗਿਆ, ਓਏ ਮੇਰੇ ਮਨ ਤੂੰ ਸ਼ਬਦ ਨੂੰ ਮਨ ਵਿੱਚ ਵਸਾਉਣਾ ਹੈ। ਕਈ ਲੋਕੀ ਸ਼ਬਦ ਦਾ ਅਰਥ ਸਮਝਦੇ ਹਨ ਇੱਕ ਲਫ਼ਜ਼, ਇੱਕ ਲਫ਼ਜ਼ੀ ਰੱਬ ਜੀ ਦਾ ਨਾਂ। ਪਰ ਗੁਰਬਾਣੀ ਨੂੰ ਜਿਉਂ-ਜਿਉਂ ਅਸੀਂ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਲਿਖੇ ਨੇ, ਅਸੀਂ ਬਾਣੀ ਦੇ ਹਰ ਸ਼ਬਦ ਨੂੰ ਸ਼ਬਦ ਕਹਿੰਦੇ ਹਾਂ। ਇਹਨਾਂ ਸ਼ਬਦਾਂ ਦੇ ਪਿੱਛੇ ਜਿਹੜਾ ਸਾਨੂੰ ਭਾਵ ਅਰਥ ਸਮਝ ਆਉਂਦਾ ਹੈ ਨਾ, ਉਸ ਨੂੰ ਤਤ ਗਿਆਨ ਕਹਿ ਸਕਦੇ ਨੇ, ਉਹਨੂੰ ਐਸੈਂਸ ਕਹਿ ਸਕਦੇ ਨੇ, ਉਹਨੂੰ ਗੁਰੂ ਪਾਤਸ਼ਾਹ ਦਾ ਹਿਡਨ ਏਜੰਡਾ ਕਹਿ ਸਕਦੇ ਨੇ ਕਿ ਗੁਰੂ ਪਾਤਸ਼ਾਹ ਦਰਅਸਲ ਸਮਝਾਉਣਾ ਕੀ ਚਾਹੁੰਦੇ ਨੇ। ਸੋ ਉਹ ਜਿਹੜੀ ਗੱਲ ਬਿਹਾਈਂਡ ਦਾ ਵਰਡਸ ਹੈ ਨਾ, ਸਾਨੂੰ ਉਹ ਸਮਝਣ ਦੀ ਮਿਹਨਤ ਕਰਨੀ ਚਾਹੀਦੀ ਹੈ, ਉਸ ਨੂੰ ਮਨ ਵਿੱਚ ਵਸਾਉਣਾ ਹੈ। ਬਈ ਇਹਦੇ 'ਚੋਂ ਮੈਨੂੰ ਮੈਸੇਜ ਕੀ ਮਿਲਿਆ। ਅੱਛਾ, ਵਸ ਕਦੋਂ ਜਾਂਦੀ ਹੈ ਸਾਧ ਸੰਗਤ ਜੀ? ਇੱਕ ਹੁੰਦਾ ਜਰਨਲਿਜ਼ਮ। ਸਾਨੂੰ ਸਭ ਨੂੰ ਜਰਨਲਿਜ਼ਮ ਆਉਂਦਾ, ਸਭ ਨੂੰ ਨਿਊਜ਼ ਪਤਾ ਹੁੰਦੀ ਹੈ, ਐਵਰੀਥਿੰਗ ਪਤਾ ਹੁੰਦੀ ਹੈ। ਇਸ ਤਰ੍ਹਾਂ ਹੀ ਸਾਨੂੰ ਧਰਮ ਦੇ ਬਾਰੇ ਵੀ ਸਭ ਨੂੰ ਸਭ ਕੁਝ ਹੀ ਪਤਾ ਹੁੰਦਾ ਹੈ। ਪਰ ਲੋਕੀ ਸਵਾਲ ਪੁੱਛਦੇ ਨੇ, ਬਾਣੀ ਪੜ੍ਹਨ ਵਾਲੇ ਗੁੱਸਾ ਕਿਉਂ ਕਰਦੇ ਨੇ, ਬਾਣੀ ਪੜ੍ਹਨ ਵਾਲੇ ਨੇ ਗਾਲ ਕਿਉਂ ਕੱਢੀ, ਬਾਣੀ ਪੜ੍ਹਨ ਵਾਲੇ ਦੂਸਰਿਆਂ ਨੂੰ ਘਟੀਆ ਕਿਉਂ ਸਮਝਦੇ ਨੇ। ਇਹਦਾ ਮਤਲਬ ਸ਼ਬਦ ਮਨ ਵਿੱਚ ਵਸਿਆ ਨਹੀਂ। ਲੇਕਿਨ ਅਸੀਂ ਕਿਸੇ ਨੂੰ ਤਾਂ ਟੌਂਟ ਨਹੀਂ ਕਰ ਸਕਦੇ ਨਾ। तो वसन का मतलब ये होता है कि जो सुना उसको मैंने इस कान से सुन के इस कान से बाहर नहीं निकाला और मैंने यहाँ पर वसा लिया। वसा लिया मीन्स मनु कभी भी कोई पूछे 8 गुना 9 क्या होता है, यहाँ पर 72, इनू वसाना नहीं कहते। दैट यू कैन रिकॉल वट वॉज सेड। रिकॉल कर लेना अपनी मैमरी चों इज़ नॉट शब्द मन वसाना। ਰਾਦਰ ਜਦੋਂ ਮੈਨੂੰ ਮੇਰੇ ਜੀਵਨ ਵਿੱਚ ਡੇ ਟੂ ਡੇ ਰੂਟੀਨ ਵਿੱਚ ਔਖੀ ਘੜੀ ਪੈਂਦੀ ਹੈ। ਔਖੀ ਘੜੀ ਦਾ ਮਤਲਬ ਹੁੰਦਾ ਜਦੋਂ ਮੈਨੂੰ ਜੰਮ ਨੂੰ ਬਾਣੀ 'ਚ ਕਹਿੰਦੇ ਨੇ ਡੈਫੀਸ਼ੀਐਂਸੀਜ਼, ਸ਼ਾਰਟਕਮਿੰਗਸ, ਵਾਈਸਿਸ, ਮੰਦੇ ਖਿਆਲ ਸਤਾਉਂਦੇ ਨੇ ਨਾ, ਉਹਨੂੰ ਔਖੀ ਘੜੀ ਕਹਿੰਦੇ ਨੇ। ਤਾਂ ਹੀ ਗੁਰੂ ਪਾਤਸ਼ਾਹ ਕਹਿੰਦੇ ਨੇ ਸ੍ਰੀ ਰਾਮ ਨਾਮਾ ਉਚਰਮਨਾ ਆਗੇ ਜਮਦਲ ਬਿਖਮ ਕਰਨਾ। ਦੇਖ ਤੇਰੇ ਸਾਹਮਣੇ ਨਾ ਜਮਾ ਦੀ ਫੌਜ ਖੜੀ ਹੈ, ਇਸ ਕਰਕੇ ਯੂ ਹੈਵ ਟੂ ਅੰਡਰਸਟੈਂਡ ਦਾ ਵਿਜ਼ਡਮ ਐਂਡ ਯੂ ਕੈਨ ਫਾਈਟ ਕਿ ਇਸ ਟਾਈਮ ਮੈਨੂੰ ਕੀ ਬਿਹੇਵ ਕਰਨਾ ਚਾਹੀਦਾ ਹੈ।
ਉਹ ਗੱਲ ਨੂੰ ਮੌਕੇ ਵੇਲੇ ਪ੍ਰੈਕਟਿਸ ਕਰ ਪਾਣਾ ਸ਼ਬਦ ਮਨ ਵਸਾਣਾ ਕਹਿਲਾਂਦਾ ਹੈ। ਹਰ ਔਖੀ ਘੜੀ ਵੇਲੇ ਤਾਂ ਮੈਂ ਹੋ ਜਾਵਾਂ ਫੇਲ, ਔਰ ਜਦੋਂ ਕਦੇ ਕਿੱਥੇ ਕੋਈ ਪੰਕਤੀ ਬੋਲਣੀ ਹੋਵੇ ਤਾਂ ਮੈਂ ਗੁਰਬਾਣੀ ਦੀ ਪੰਕਤੀ ਮੈਨੂੰ ਯਾਦ ਹੋਵੇ, ਜਾਂ ਜਦੋਂ ਕਦੇ ਕਿਸੇ ਨੂੰ ਗਾਲ ਕੱਢਣੀ ਹੋਵੇ ਮੈਂ ਕੱਢ ਲਵਾਂ, ਜਾਂ ਕਦੇ ਕਿਸੇ ਨੂੰ ਵੇਖ ਕੇ ਮੇਰੇ ਮਨ ਅੰਦਰ ਨਫ਼ਰਤ ਕਰਨੀ ਹੋਵੇ ਔਰ ਮੈਂ ਹੇਟਰੇਡ ਲੁੱਕ ਉਹਨੂੰ ਦੇ ਦਿਆਂ ਔਰ ਬੋਡੀ ਲੈਂਗੁਏਜ 'ਚ ਉਹਦੇ ਵੱਲ ਇੰਝ ਪਿੱਠ ਕਰ ਦਿਆਂ, ਤਾਂ ਸ਼ਬਦ ਮਨ 'ਚ ਵਸਿਆ ਨਹੀਂ ਹੋਇਆ ਹੈ, ਬਿਕੋਜ਼ ਆਈ ਐਮ ਨਾਟ ਪ੍ਰੈਕਟੀਕਲ ਔਨ ਦੈਟ। ਅਗੇਨ, ਜੋ ਸੁਣਿਆ ਹੈ ਉਹਦੇ 'ਤੇ ਜੇਕਰ ਪ੍ਰੈਕਟੀਕਲ ਹਾਂ ਤਾਂ ਮਾਨੋ ਸ਼ਬਦ ਮਨ ਵਸਾਇਆ ਹੋਇਆ ਹੈ। ਹੋਰ ਸੌਖਾ ਕਰਨਾ ਹੋਵੇ, ਮੇਰੀ ਮਾਂ ਨੇ ਰਜੌਰੀ ਗਾਰਡਨ ਤੋਂ ਮੈਨੂੰ ਦੱਸਿਆ, ਤੁਸੀਂ ਰਜੌਰੀ ਗਾਰਡਨ ਤੋਂ ਰਾਈਟ ਸਾਈਡ ਜਾ ਕੇ ਰਿੰਗ ਰੋਡ ਆਏਗੀ, ਰਾਈਟ ਟਰਨ ਨਹੀਂ ਹੈ ਅਲਾਊਡ, ਤੂੰ ਲੈਫਟ ਟਰਨ ਲੈਣਾ ਔਰ ਰਾਜਾ ਗਾਰਡਨ ਦੇ ਥੱਲੋਂ ਯੂ ਟਰਨ ਲੈ ਕੇ ਆਉਣਾ ਹੈ। ਫਿਰ ਰਿੰਗ ਰੋਡ 'ਤੇ ਜਦੋਂ ਤੂੰ ਆਏਗਾ ਮਾਇਆਪੁਰੀ ਚੌਂਕ ਆਏਗਾ, ਉੱਥੋਂ ਪੁਲ ਉੱਪਰੋਂ ਚੜ੍ਹ ਕੇ ਉਸ ਤੋਂ ਬਾਅਦ ਨਾਰਾਇਣਾ ਦਾ ਪੁਲ ਆਏਗਾ, ਫਿਰ ਤੂੰ ਪੁਲ ਤੋਂ ਉੱਪਰ ਹੋਰ ਅੱਗੇ ਨਹੀਂ ਜਾਣਾ, ਪਹਿਲਾਂ ਹੀ ਲੈਫਟ ਲੈ ਲੈਣਾ। ਕਿਤਨੇ ਸਾਰੇ ਮਾਈਲਸਟੋਨ ਮੇਰੀ ਮਾਂ ਨੇ ਦੱਸੇ। ਰਿੰਗ ਰੋਡ 'ਤੇ ਰਾਈਟ ਟਰਨ ਨਹੀਂ ਹੈ, ਫਿਰ ਲੈਫਟ ਲੈਣਾ ਹੈ, ਫਿਰ ਰਾਜਾ ਗਾਰਡਨ ਤੋਂ ਯੂ ਟਰਨ ਲੈਣਾ ਹੈ, ਫਿਰ ਰਿੰਗ ਰੋਡ 'ਤੇ ਯੂ ਟਰਨ ਲੈਣ ਤੋਂ ਬਾਅਦ ਅੱਗੇ ਆਉਣਾ ਔਰ ਮਾਇਆਪੁਰੀ ਤੋਂ ਬਾਅਦ ਨਾਰਾਇਣਾ ਦੇ ਪੁਲ 'ਤੇ ਉਤਰ ਜਾਣਾ ਹੈ, ਔਰ ਜਦੋਂ ਉਤਰ ਜਾਣਾ ਹੈ ਰਿੰਗ ਰੋਡ 'ਤੇ ਰੈੱਡ ਲਾਈਟ ਆਏਗੀ, ਉੱਥੋਂ ਲੈਫਟ ਲੈਣਾ ਹੈ। 6 ਪੁਆਇੰਟ ਮੇਰੀ ਮਾਂ ਨੇ ਦੱਸੇ, और जदों मैं याद कर लवां, हाँ मम्मी जी आपने बताया है कि ऐसे ऐसे, हाँ ये देखो ना मैप भी है मेरे पास नक्शा बना हुआ है और मेरे को ज़बानी भी याद है, कितनी बारी तो गया भी हुआ हूँ। ए मेरा ओवर कॉन्फिडेंस कि मैं कितनी बारी गया हुआ हूँ, लेकिन जदों मैं रिंग रोड तो सड़क कार बाहर कड्डा और मैं लैफ्ट टर्न के बदले राइट टर्न कर लवां, मनु औखी घड़ी पै गई और मैं याद किया है अप्लाई ना कर सकिया, ਉਹਦਾ फ़ायदा ही कुछ नहीं है। जेकर मैं अपने डेस्टिनेशन ते नहीं पहुँचिया, ਉਹਦਾ फ़ायदा ही कुछ नहीं है। ਹੁਣ ਅੱਜ ਦੇ ਸ਼ਬਦ ਦੀ ਡੈਸਟੀਨੇਸ਼ਨ ਕੀ ਹੈ? ਅਸੀਂ ਛੋਟੇ ਛੋਟੇ ਸਟੈਪਸ ਦੇ ਨਾਲ ਗੁਰਬਾਣੀ ਦੇ ਅਰਥਾਂ ਨੂੰ ਅੱਜ ਦੀ ਲੈਂਗੁਏਜ ਵਿੱਚ ਹਿੰਦੀ, ਇੰਗਲਿਸ਼, ਪੰਜਾਬੀ ਵਿੱਚ ਬੋਲ ਕੇ ਪਹਿਲਾਂ ਤਾਂ ਸਮਝਣ ਦਾ ਯਤਨ ਕਰਦੇ ਹਾਂ। ਫਿਰ ਅਸੀਂ ਇਹ ਨਹੀਂ ਕਹਿੰਦੇ ਕਿ 500 ਸਾਲ ਪਹਿਲਾਂ ਜਾਂ ਹਜ਼ਾਰਾਂ ਸਾਲ ਪਹਿਲਾਂ ਇੰਜ ਹੋਇਆ। ਅਸੀਂ ਇਹ ਡਿਸਕਸ ਕਰਦੇ ਹਾਂ ਗੁਰੂ ਪਾਤਸ਼ਾਹ ਤੁਸੀਂ ਬਾਣੀ ਇਸ ਕਰਕੇ ਰਚੀ ਹੈ ਔਰ ਇਸ ਢੰਗ ਨਾਲ ਰਚੀ ਹੈ ਕਿ ਜਿਸ ਆਉਣ ਵਾਲੀ ਸਦੀਆਂ ਤੱਕ ਕੋਈ ਵੀ ਮਨੁੱਖ ਜਿਸ ਦਿਨ ਪੜ੍ਹੇਗਾ ਉਸ ਨੂੰ ਇਹ ਪੜ੍ਹਨਾ ਪਏਗਾ, ਮਨ ਮੇਰੇ ਸਤਿਗੁਰ ਕੈ ਭਾਣੈ ਚੱਲ, ਪ੍ਰੈਜ਼ੈਂਟ ਟੈਂਸ ਵਿੱਚ ਆਪਣੇ 'ਤੇ ਅਪਲਾਈ ਕਰਨਾ ਪਏਗਾ। ਸੋ ਵਾਟ ਵੀ ਡਿਸਕਸ, ਅਸੀਂ ਇਹ ਡਿਸਕਸ ਕਰਦੇ ਹਾਂ ਕਿ ਇਹ ਸ਼ਬਦ ਮੈਨੂੰ ਅੱਜ ਕੀ ਸਿਖਾਉਂਦਾ ਹੈ। ਨਾਓ ਫੋਰ ਐਗਜ਼ਾਮਪਲ, ਅੱਜ ਗੁਰੂ ਅਮਰਦਾਸ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਹੈ, ਜਿਸ ਤਰ੍ਹਾਂ ਕਿ ਇਹਨਾਂ ਨੇ ਪੋਸਟਰ ਹੀ ਛਾਪਿਆ ਔਰ ਮੇਰੇ ਵੀਰ ਭੈਣ ਨੇ ਪ੍ਰੋਗਰਾਮ ਰਖਾਇਆ। ਜੇਕਰ ਸਾਡਾ 1 ਘੰਟੇ ਦਾ ਪ੍ਰੋਗਰਾਮ ਹੋਵੇ, ਉਸ 1 ਘੰਟੇ ਵਿੱਚ ਮੈਂ ਇਹ ਡਿਸਕਸ ਕਰਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜਨਮ ਤੋਂ ਲੈ ਕੇ ਜੋਤੀ ਜੋਤ ਸਮਾਉਣ ਤੱਕ ਦਾ, ਉਹਨਾਂ ਦੇ ਪੇਰੈਂਟਸ ਦਾ ਨਾਂ ਕੀ ਸੀ, ਦੈਨ ਇਟ ਇਜ਼ ਅਕੋਰਡਿੰਗ ਟੂ ਗੁਰਮਤ, ਇਤਿਹਾਸਕ ਗੁਰਮਤ ਦੀ ਗੁਰੂਆਂ ਬਾਰੇ ਵਿਚਾਰ। ਪਰ ਜੇ ਅਸੀਂ ਇਹ ਸਮਝੀਏ ਗੁਰੂ ਅਮਰਦਾਸ ਪਾਤਸ਼ਾਹ ਤੁਸੀਂ ਸਾਰਿਆਂ ਦੇ ਵਿਚਕਾਰ ਲਿੰਕ ਕੀ ਸੀ, ਪਹਿਲੀ ਪਾਤਸ਼ਾਹੀ ਤੋਂ 10ਵੇਂ ਪਾਤਸ਼ਾਹ ਤੱਕ ਲਿੰਕ ਕੀ ਸੀ? ਲਿੰਕ ਸੀ ਸ਼ਬਦ ਗੁਰੂ। ਇਹਨਾਂ ਤੋਂ ਇਲਾਵਾ ਜਿਨ੍ਹਾਂ ਦੀ ਬਾਣੀ ਦਰਜ ਕੀਤੀ ਗਈ ਆ, ਕਬੀਰ ਜੀ, ਫਰੀਦ ਜੀ, ਨਾਮਦੇਵ ਜੀ, ਧੰਨਾ ਜੀ, ਸਾਰਿਆਂ ਦੀ, ਇਹਨਾਂ ਸਾਰਿਆਂ ਦਾ ਗੁਰੂ ਨਾਲ, ਗੁਰੂ ਪਾਤਸ਼ਾਹ ਨਾਲ ਕੀ ਲਿੰਕ ਸੀ? ਸ਼ਬਦ ਗੁਰੂ। ਸ਼ਬਦ ਗੁਰੂ ਦੇ ਨਾਲ ਜਦੋਂ ਮੈਂ ਮਨ ਵਿੱਚ ਵਸਾ ਕੇ ਉਹਦੇ 'ਤੇ ਪ੍ਰੈਕਟੀਕਲ ਹੋ ਜਾਂਦਾ ਨਾ, ਮਨ ਨੂੰ ਮੈਂ ਉਸੀ ਵੇਲੇ ਜੋਤੀ ਜੋਤ ਸਮਾ ਗਿਆ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਸਤਿਗੁਰ ਨਾਲ ਇਕਮਿਕ ਹੋ ਗਿਆ। ਅਸੀਂ ਸਾਧ ਸੰਗਤ ਜੀ ਜੋ ਡਿਸਕਸ ਕਰਦੇ ਹਾਂ ਨਾ,
ਸੰਗਤਾਂ ਕੋਲੋਂ ਸਿੱਖਦੇ ਹਾਂ। ਸੰਗਤਾਂ ਸਵਾਲ ਕਰਦੀਆਂ, ਸਾਨੂੰ ਸਿਖਾ ਜਾਂਦੀਆਂ। ਸੰਗਤਾਂ ਪੁੱਛਦੀਆਂ, ਉਹ ਜੀ 500 ਸਾਲ ਪਹਿਲਾਂ ਧਰਮ ਬਣਿਆ ਸੀ, ਹਜ਼ਾਰਾਂ ਸਾਲ ਪਹਿਲਾਂ ਬਣਿਆ ਸੀ, ਅੱਜ ਕੱਲ੍ਹ ਜ਼ਮਾਨਾ ਬਦਲ ਗਿਆ। ਲੋਕੀ ਕੁਐਸਚਨ ਇੰਜ ਕਰਦੇ ਨੇ। ਅੱਛਾ, ਜੇ 500 ਸਾਲ ਪਹਿਲਾਂ ਵੀ ਗੁਰੂ ਪਾਤਸ਼ਾਹ ਸੱਜਣ ਠੱਗ ਨੂੰ ਸਮਝਾ ਰਹੇ ਨੇ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਿਸਣ, ਤਾਂ ਮੈਨੂੰ ਅੱਜ ਸਮਝਣਾ ਪਏਗਾ ਸੱਜਣ ਕਿਹਨੂੰ ਕਹਿੰਦੇ ਨੇ। ਉਹੀ ਗੱਲ ਅੱਜ ਵਾਪਰ ਗਈ। ਮੇਰੇ ਮਿਸਚੀਵੀਅਸ ਮਨ ਨੂੰ ਸੱਜਣ ਠੱਗ ਕਹਿੰਦੇ ਨੇ, ਔਰ ਇਸ ਮਿਸਚੀਵੀਅਸ ਮਨ ਨੂੰ ਅੱਜ ਹੀ ਉਹ ਮੈਸੇਜ ਸਮਝ ਆ ਰਿਹਾ, ਹਿਪੋਕ੍ਰੇਸੀ ਨਾ ਕਰਿਆ ਕਰ। ਕਾਸ਼ ਬਾਣੀ ਦੀ ਸ਼ਬਦਾਂ ਦੀ ਇਸ ਤਰ੍ਹਾਂ ਵਿਚਾਰ ਹੋ ਸਕੇ। ਸੋ ਅੱਜ ਦੇ ਸ਼ਬਦ ਦਾ ਰਹਾਓ, ਹਰ ਕਥਾ ਤੂੰ ਸੁਣ ਰਹੇ ਮਨ। ਸਾਨੂੰ ਆਦਤਾਂ ਪਈਆਂ ਹੋਈਆਂ ਬਚਪਨ ਤੋਂ, ਨਾਨੀ ਔਰ ਦਾਦੀ ਦੀ ਕੁੱਛੜ ਬੈਠ ਕੇ ਮੁਝੇ ਕਹਾਣੀ ਸੁਣਾਓ। अगर नानी दादी ना कहानी सुनाए, किसी दिन बाई चांस ना हो सके, उस दिन मम्मी पापा की वारी आ जाती है। उन्होंने मुसीबत पै जाती है कि सानू कोई कहानी आती नहीं, इनू नानी ने दादी ने बिगाड़िया होया। असी उन्होंने कहते ये सोएगा नहीं तब तक जब तक इसको कहानी नहीं सुनाओगे। बचपन तो वी आर ट्यून्ड, वी आर, साडी आदत ही पई हुई है कि सानू कहानी सुनाओ। जे वड्डे हो के भी कहानियां ही सुनते रहिए ਤਾਂ ਅਸੀਂ ਉਹ ਨਿੱਕੇ ਕਾਕੇ ਹੀ ਹਾਂ, ਸਰੀਰਕ ਤੌਰ 'ਤੇ ਵੱਡੇ ਹੋ ਗਏ, ਐਲੀਵੇਟ ਨਹੀਂ ਹੋਏ। ਸਰੀਰ ਵਧਿਆ, ਮਨ ਦੀ, ਆਤਮਾ ਦੀ ਐਲੀਵੇਸ਼ਨ ਕੋਈ ਨਾ ਹੋਈ, ਡੈਸਟੀਨੇਸ਼ਨ ਪ੍ਰਾਪਤ ਨਾ ਹੋਇਆ। ਅੱਜ ਦੇ ਸ਼ਬਦ ਦਾ ਡੈਸਟੀਨੇਸ਼ਨ ਹੈ, ਇਹ ਮਤ ਤੇਰੀ ਥਿਰ ਰਹਿ ਤਾਂ ਭਰਮ ਵਿੱਚੋਂ ਜਾਏ। ਭਰਮ ਚਲਾ ਗਿਆ, ਡੈਸਟੀਨੇਸ਼ਨ ਹੈ। ਮਤ ਟਿਕ ਗਈ, ਡੈਸਟੀਨੇਸ਼ਨ ਹੈ। ਹੋਰ ਸੌਖਾ ਕਰ ਲਈਏ, ਜੇ ਭਰਮ ਚਲਾ ਗਿਆ ਤਾਂ ਮਾਨੋ ਮਤ ਟਿਕ ਜਾਂਦੀ ਹੈ। ਇਹਦਾ ਮਤਲਬ ਗੁਰੂ ਪਾਤਸ਼ਾਹ ਤੋਂ ਪਹਿਲਾਂ ਹਜ਼ਾਰਾਂ ਸਾਲਾਂ ਤੋਂ ਜੋਗੀ ਕਹਿੰਦੇ ਸਨ, ਮਤ ਟਿਕਾਉਣ ਵਾਸਤੇ ਯੋਗ ਆਸਨ ਕਰਨਾ ਪੈਂਦਾ ਹੈ, ਚੌਕੜਾ ਮਾਰਨਾ ਪੈਂਦਾ ਹੈ, ਅੱਖਾਂ ਬੰਦ ਕਰਨੀਆਂ ਪੈਂਦੀਆਂ, ਔਰ ਸਵਾਸ ਲੈਣ ਵੇਲੇ ਉਹ ਪਹਿਲਾਂ ਇੰਝ ਕਰਕੇ ਜੀਭ ਨੂੰ ਲੰਬਾ ਕਰਦੇ ਸਨ, ਪ੍ਰਾਣਾਯਾਮ, ਫਿਰ ਲੰਬੀ ਕਰ ਕਰਕੇ ਜੀਭ ਆਪਣੇ ਸਵਾਸ ਰੋਕ ਲੈਂਦੇ ਸਨ, ਜੀਭ ਨੂੰ ਉਲਟਾ ਕਰਕੇ ਆਪਣੇ ਨੱਕ ਦਾ ਜਿਹੜਾ ਉੱਪਰ ਦੁਆਰ ਜਾ ਰਿਹਾ ਉਹਦੇ 'ਤੇ ਲਗਾ ਦਿੰਦੇ ਸਨ, ਔਰ ਨੱਕ ਦਾ ਦੁਆਰ ਜਿਹੜਾ ਸਿਰ ਵੱਲ ਜਾ ਰਿਹਾ ਉਹਨੂੰ ਬੰਦ ਕਰ ਦਿੰਦੇ ਸਨ, ਔਰ ਫਿਰ ਕਹਿੰਦੇ ਸਨ ਕਿ ਅਸੀਂ ਸਵਾਸਾਂ ਨੂੰ ਦਸਮ ਦੁਆਰ ਵਿੱਚ ਝਾੜ ਲਿਆ। ਉਹ ਸਿਰ ਨੂੰ, ब्रेन ਨੂੰ ਜਿਹੜੀ ਆਕਸੀਜਨ ਜਾਂਦੀ ਹੈ ਉਹ ਰੋਕ ਲੈਂਦੇ ਸਨ, हमने दसम द्वार में चढ़ा लिया और हम भगवान जी से एक हो गए। ਇਹਦਾ ਨਾਂ ਉਹਨਾਂ ਨੇ ਰੱਖਿਆ ਹੋਇਆ ਸੀ ਸਮਾਧੀ। ਲੇਕਿਨ ਜਦੋਂ ਸਮਾਧੀ ਤੋਂ ਉਤਰਦੇ ਸਨ, ਜਦੋਂ ਸਮਾਧੀ ਤੋਂ ਉਤਰਦੇ ਸਨ ਔਰ ਲੋਕਾਂ ਨਾਲ ਆ ਕੇ ਵਿਚਰਦੇ ਸਨ, ਗੁਰੂ ਪਾਤਸ਼ਾਹ ਕਹਿੰਦੇ ਨੇ ਗ੍ਰਹਿ ਤਜ ਬਨ ਖੰਡ ਜਾइए, घर छोड़ के जंगल चला जाता है, चुन खाइए कंदा, वहाँ पर फूल पत्ते खाता है, अजहू विकार ना छोड़ी पापी मन मंदा। जब लोगों के साथ आके विचरता है ना, फिर तैनू विकार, वाइसिस और मंदे ख्याल सतांदे ने, तेरा मन नहीं रहा, तेरा मन एलीवेट ना होया, तेरे मन में सतगुर दी मत ना वसी। ये बाहर दी तू फोकी रिचुअलिस्टिक प्रैक्टिस की जिहदा ना तू अज दी डेट च रखा है मैਡੀਟੇਸ਼ਨ। मैਡੀਟੇਸ਼ਨ 24 घंटे की गुरु नानक साहब ने मनुख नूं समझाई, अपने मन नूं टिकाणे लगा लै, मन नूं थिर कर लै बस। सिद्ध जोगी कहते सी हम भी तो थिर करते हैं, हमने इसका नाम शून्य रखा हुआ है। गुरु साहब कहते तुसी शून्य किनू कहते हो? कहते शून्य का मतलब जीरो हो जाता है, कोई थॉट प्रोसेस आता ही नहीं है। गुरु पातशाह कहते असी दुनियावी मनुख हाँ, असी अपनी जिंदगी विच इत्थे रहिंदे हाँ और डे टू डे लाइफ अंदर साडा जीवन चल रहा है, तो असी हो ही नहीं सकता कि थॉट प्रोसेस की थॉट्स ना आन। डैड बॉडी नूं थॉट्स नहीं आंदियां। गुरु पातशाह कहते ने पहला थॉट आंदी है मंदे ख्यालों की, नाल आंदी है चंगे ख्यालों की, फिर अल्टीमेटली असी चंगे ख्यालों की गल नहीं सुनते हाँ, तो फिर मंदे ख्यालों के मैसेजिस ज़्यादा आने शुरू हो जाते हैं। आस्ता आस्ता असी अपने आचरण तो डिग पैंदे हैं। लेकिन बाणी कहती है आस्ता आस्ता बाणी दे वो शब्द मन नूं दृढ़ करा, वसा,
ताकि तैनू मंदे ख्याल आया ना करन। शून्य नहीं हो सकता भाई साहब। सो ये गुरबाणी दे सिद्धा जोगियां दे कंपैरिजन विच बड़े बारीक नुकते ने। जदों तक असीं उन्हां नूं समझांगे नहीं तां तक असीं भुलेखे च रवांगे और तां तक असीं मैਡੀਟੇਸ਼ਨ और सारियां गेमां च पए रहांगे। गुरु पातशाह कहंदे सिद्ध साधक भेखतारी भाव थके नामे नूं लिवलाए। बड़ियां लिवां ला लियां उन्होंने। विण मन मारे कोई ना सिजई, वेखो को लिवलाए। अपने मन को भैड़े ख्यालों वालों पहला तैनू सप्रैस करना ही पेगा। सो अज दे शब्द दे रहाव तो शुरू करते हैं। हर कथा तू सुन रहे मन। सानू कहानियाँ सुनने की आदत पई हुई है, इस करके असी हर कथा सुनते हैं। भगवान जी कब आए थे, उनके मम्मी पापा का क्या नाम था, फिर भगवान जी कब चले गए। कथा उदी ही की जा सकती है जिहड़ा कदे जम्मिया सी और कदे किसी दिन मर जाएगा। अकॉर्डिंग टू गुरु ग्रंथ साहिब आइडियोलॉजी रब जी की कथा हो ही नहीं सकती। मेरे तो पहला मानयोग वीर जी जिहड़े अनाउंसमेंट कर रहे सन, मैनूं उहदा नाम नहीं पता, उन्होंने भी ये वर्ड यूज़ किया सी, हर कथा तो हो ही नहीं सकती। कथा कोई कर ही नहीं सकता। ये साडी अज्ञानता है कि असीं कहंदे अज फलाणे सिंह जी कथा करनगे। साध संगत जी कथा होंदी है दंद कथा। दंद कथा होंदी है कहानियाँ। तू अपनी कहानी सुना, मैं तैनूं अपनी कहानी सुनावा, या किसी बीते हुए की कहानी सुना। उहदा नाम लोगों ने दंद कथा नूं कथा रख लिया। दरअसल रब जी की कथा नहीं हो सकती, क्योंकि सोमुख जलो जित कहो ठाकुर जोनी। रब जी पैदा ही नहीं होंदे ने, अजूनी ने। जे पैदा ही नहीं होंदे ने, मरदे भी नहीं ने, अकाल मूरत ने, इमोर्टल ने, इटरनल ने। ਇਹਦਾ मतलब गुरमत रब जी का जन्म मरण नहीं मनती, जन्म मरण नहीं मनती, इस करके रब जी की कोई स्टोरी नहीं है। जे स्टोरी नहीं है तो रब जी की कथा हो ही नहीं सकती। असी रब्बी गुणा की बाणी के राही विचार सीखते हैं और विचार सीख के मेरे मन नूं हर जन बनाते हैं। हर जन ऐसा चाहिए जैसा हर ही होए। रब जी दे जिहड़े गुण ने ना, तू वैसा बन जा। और ओदी गुरु पातशाह डेफिनेशन देंदे ने, जिन्हां ना विसरे नाम जिनको भगवान भूलता नहीं है। सिख इन्हें आ वो कैसे होते हैं। भेद ना जानो मूल, बिल्कुल भी डिफरेंस नहीं होता। भेद ना जानो मूल साईं जे आ और रब्बी गुणा वाले हो जाते हैं। दैट मीनस वैरी सिंपल। और रब्बी गुणा वाले हो जाते हैं, दैट मीनस वैरी सिंपल। मैं रिपीट कर रहा, जो मनुख रब्बी गुणा वाला हो जाता है, वह मन हर जन बन जाता है। ਇਹਦਾ मतलब जे रब्बी गुण असी नहीं ले, साड़ी रब जी नाल वननेस नहीं हुई। जे रब्बी गुण असी नहीं ले तो असी वननेस विद गॉड प्रैक्टिस कर ही नहीं सकते। जे रब्बी गुण असी नहीं ले तो साड़ी भगत नहीं हो सकती। जपजी साहब विण गुण कीते भगत ना होए। सत्संग असी जितनी विचार करते हैं ना, अकॉर्डिंग टू बाणी समझण का जतन करते हैं। ਉਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਭੁਪਿੰਦਰ ਸਿੰਘ ਦੀ ਇੰਟਰਪ੍ਰੀਟੇਸ਼ਨ ਹੈ। ਇਟਸ ਨਾਟ ਮਾਈ ਇੰਟਰਪ੍ਰੀਟੇਸ਼ਨ, ਆਈ ਐਮ ਟਾਕਿੰਗ ਅਕੋਰਡਿੰਗ ਟੂ ਦ ਇੰਟਰਨਲ ਲੌਜਿਕ ਆਫ ਗੁਰੂ ਗ੍ਰੰਥ ਸਾਹਿਬ ਜੀ। ਬਾਣੀ ਕਿਸ ਤਰ੍ਹਾਂ ਰਚੀ ਗਈ ਹੈ ਔਰ ਬਾਣੀ ਰਾਹੀਂ ਮਨੁੱਖ ਦੀ ਡਿੱਗੀ ਹੋਈ ਆਚਰਣਕ ਅਵਸਥਾ ਨੂੰ ਉੱਚਾ ਕੀਤਾ। ਉਹਨੂੰ ਕਹਿੰਦੇ ਨੇ ਐਕਮੀ ਆਫ ਸਪਿਰਿਚੁਅਲ ਲੈਵਲ ਅਚੀਵ ਕਰਨਾ। ਉਹਨੂੰ ਕਹਿੰਦੇ ਨੇ ਹਿਊਮੈਨਿਟੀ, ਇਨਸਾਨੀਅਤ ਭਰਪੂਰ ਇਨਸਾਨ ਬਣ ਜਾਣਾ। ਅਸੀਂ ਇਨਸਾਨ ਹੀ ਤਾਂ ਨਹੀਂ ਹਾਂ। ਜਦੋਂ ਅਸੀਂ ਇਨਸਾਨੀਅਤ ਦੇ ਤਲ ਤੋਂ ਥੱਲੇ ਡਿੱਗਦੇ ਹਾਂ, ਇਹਨੂੰ ਕਹਿੰਦੇ ਨੇ ਕਰਤੂਤ ਪਸ਼ੂ ਕੀ। ਮੇਰੀਆਂ ਕਰਤੂਤਾਂ ਛੱਡ ਦਿਆਂ ਮੈਂ ਬੈਕ ਟੂ ਇਨਸਾਨੀਅਤ ਦਾ ਲੈਵਲ, ਇਹਨੂੰ ਐਕਮੀ ਆਫ ਸਪਿਰਿਚੁਅਲ ਲੈਵਲ ਅਚੀਵ ਕਰਨਾ ਕਹਿੰਦੇ ਨੇ। ਉਹ ਵਾਲੀ ਗੱਲ ਸੁਣ ਜਿਹਦੇ ਨਾਲ ਤੈਨੂੰ ਇਹ ਜਾਚ ਆਵੇ ਕਿ ਮੈਂ ਆਪਣੀਆਂ ਪਸ਼ੂਆਂ ਵਾਲੀਆਂ ਕਰਤੂਤਾਂ ਕਦੋਂ ਛੱਡਾਂ, ਮੇਰੇ 'ਚ ਹੈ ਕਿਹੜੀਆਂ ਕਿਹੜੀਆਂ ਨੇ। ਜੇ ਮੈਂ ਇੱਕ ਵੀ ਮਨੁੱਖ ਨੂੰ ਆਪਣੀ ਜ਼ਿੰਦਗੀ ਅੰਦਰ ਡੋਮੀਨੇਟ ਕਰਨਾ ਚਾਹੁੰਦਾ ਨਾ,
ਤਾਂ ਉਹਦੇ ਬਾਰੇ ਗੁਰੂ ਪਾਤਸ਼ਾਹ ਕੀ ਕਹਿੰਦੇ ਨੇ, ਜਿਸਕੇ ਅੰਤਰ ਰਾਜ ਅਭਿਮਾਨ। ਰਾਜ ਅਭਿਮਾਨ ਦਾ ਮਤਲਬ ਕਿਸੇ ਕੰਟਰੀ ਦੇ ਰਾਜ ਨੂੰ ਨਹੀਂ ਕਹਿੰਦੇ ਨੇ, ਕਿਸੇ ਪ੍ਰਾਂਤ ਦੇ ਦੇਸ਼ ਦੇ ਚੀਫ ਮਿਨਿਸਟਰੀ ਨੂੰ ਨਹੀਂ ਕਹਿੰਦੇ ਨੇ। ਰਾਜ ਦਾ ਮਤਲਬ ਹੁੰਦਾ ਹੈ ਕਿਸੇ ਇੱਕ ਵੀ ਮਨੁੱਖ ਨੂੰ ਆਪਣੇ ਪੈਰਾਂ ਥੱਲੇ ਦਬਾ ਕੇ ਰੱਖਣ ਦੀ ਬਦਬੂ, ਮੰਦੀ ਸੋਚ, ਆਈ ਐਮ ਹਾਇਰ ਦੈਨ ਯੂ ਐਂਡ ਆਈ ਹੈਵ ਟੂ ਡੋਮੀਨੇਟ ਯੂ। ਖਾਸ ਤੌਰ 'ਤੇ ਬਿਮਾਰੀ ਪਤੀਆਂ ਨੂੰ ਹੁੰਦੀ ਹੈ, ਜਿਸ ਨੂੰ ਮਰਦਾਨਗੀ ਦਾ ਰਾਜ ਕਹਿੰਦੇ ਨੇ। ਪਰ ਜਿਸ ਨੂੰ ਇਹ ਵਾਲਾ ਵਾਇਰਸ ਕਿਸੇ ਫੀਮੇਲ ਦੇ ਅੰਦਰ ਵੜ ਜਾਏ, ਉਹ ਸਾਰੇ ਘਰ ਨੂੰ ਜੋਰੂ ਕਾ ਗੁਲਾਮ ਬਣਾ ਕੇ ਰੱਖਦੀ ਹੈ, ਉਹਨੂੰ ਰਾਜ ਅਭਿਮਾਨ ਹੋ ਗਿਆ। ਅਸੀਂ ਕਾਮਨ ਐਗਜ਼ਾਮਪਲ ਲੈਂਦੇ ਹਾਂ, ਮੈਂ ਕਿਸੇ ਮੇਲ ਫੀਮੇਲ ਦੀ ਫੇਵਰ ਡਿਸਫੇਵਰ ਨਹੀਂ ਕਰ ਰਿਹਾ। ਸੋ ਉਹ ਵਾਲੀ ਗੱਲ ਸੁਣ ਜਿਹਦੇ ਨਾਲ ਧਿਆਨ ਪੈ ਜਾਏ ਮੈਂ ਪਸ਼ੂਆਂ ਵਾਲੀ ਕਰਤੂਤਾਂ ਕਿੱਥੋਂ ਕਰਦਾ। ਜਿਸਕੇ ਅੰਤਰ ਰਾਜ ਅਭਿਮਾਨ, ਉਹਨੂੰ ਕਹਿੰਦੇ ਨੇ ਤੂੰ ਉਸੀ ਵੇਲੇ ਨਰਕ 'ਚ ਹੈ ਅਤੇ ਕੁੱਤੇ ਦੀ ਜੂਨ ਵਿੱਚ ਪੈ ਗਿਆ ਹੈ। ਜਿਸਕੇ ਅੰਤਰ ਰਾਜ ਅਭਿਮਾਨ, सो नर्क पाती है नहीं, मरने के बाद नर्क जाएगा, मरने के बाद तो नर्क होता ही नहीं। सो नर्क पाती होवत स्वान, स्वान मीन्स डॉग। And then we start yelling. ਸਾਧ ਸੰਗਤ ਜੀ ਇੱਥੇ ਪੌਜ਼ ਕਰਕੇ ਅਸੀਂ ਐਸੇ ਪੁਆਇੰਟਸ ਵੇਲੇ ਬੋਲਦੇ ਹਾਂ, ਕਈਆਂ ਨੂੰ ਮਾਈਂਡ ਹੋ ਜਾਂਦਾ, ਮੈਨੂੰ ਮਾफ़ ਕਰ ਦੇਣਾ, ਕਿ ਸਿਰਫ ਗੁਰਦੁਆਰੇ ਆਣਾ ਹੀ ਐਕਸਰਸਾਈਜ਼ ਨਹੀਂ ਹੈ। ਗੁਰਦੁਆਰੇ ਤੇ ਅਸੀਂ ਇਸ ਕਰਕੇ ਆਉਂਦੇ ਹਾਂ ਕਿ ਮੈਨੂੰ ਸਮਝਾਓ ਗੁਰੂ ਪਾਤਸ਼ਾਹ ਆਪਣੀ ਅਸੀਂ ਗੁਰਦੁਆਰੇ ਇੰਤਜ਼ਾਮ ਕਰਨ ਆ ਜਾਂਦੇ ਹਾਂ, ਅਸੀਂ ਗੁਰਦੁਆਰੇ ਪ੍ਰਬੰਧਕਾਂ ਦੇ ਨੁਕਸ ਕੱਢਣ ਆ ਜਾਂਦੇ ਹਾਂ, ਭਾਈ ਸਾਹਿਬ ਜੀ ਦੇ, ਰਾਗੀ ਸਿੰਘ ਜੀ ਦੇ, ਸੇਵਾਦਾਰ ਜੀ ਦੇ। ਅਸੀਂ ਗੁਰਦੁਆਰੇ ਧਰਮ ਦੇ ਠੇਕੇਦਾਰ ਬਣ ਕੇ ਆਉਂਦੇ ਹਾਂ, ਨਮਰਤਾ ਨਾਲ ਇਹ ਨਹੀਂ ਆਉਂਦੇ ਕਿ ਮੈਨੂੰ ਮੇਰੀਆਂ ਕਰਤੂਤਾਂ ਦੱਸੋ। ਅਸੀਂ ਲੋਕਾਂ ਦੇ ਵੱਲ ਉਂਗਲਾਂ ਚੁੱਕਣੀਆਂ ਸ਼ੁਰੂ ਕਰ ਦਿੰਦੇ ਹਾਂ। ਸੋ ਗੁਰਦੁਆਰੇ ਆਉਣ ਦਾ ਮਤਲਬ ਇਹ ਨਹੀਂ ਹੈ। ਮੈਂ ਇਸ ਗੁਰਦੁਆਰਾ ਕਮੇਟੀ ਦੇ ਖਾਸ ਤੌਰ 'ਤੇ ਪ੍ਰਬੰਧਕਾਂ ਨੂੰ ਪਹਿਲਾਂ ਵੀ ਐਪਰੀਸ਼ੀਏਟ ਕੀਤਾ ਸੀ, ਫਿਰ ਕਰ ਰਿਹਾ, ਭਾਵੇਂ ਐਕਸ ਕਮੇਟੀ ਸੀ ਭਾਵੇਂ ਮੈਨੂੰ ਨਰਾਇਣਾ ਹਮੇਸ਼ਾ ਫੀਲ ਆਈ ਕਿ ਮੈਂ ਨੋਟਿਸ ਕੀਤਾ ਕਿ ਪ੍ਰਬੰਧਕ ਸਾਹਮਣੇ ਬੈਠ ਕੇ ਸੁਣਦੇ ਨੇ। ਥੈਂਕ ਯੂ ਜੀ। ਲਾਸਟ ਟਾਈਮ ਮੈਨੂੰ ਸੁਣਨ ਨੂੰ ਮਿਲਿਆ ਕਿ ਈ ਰਿਕਸ਼ਾ ਸਪੈਸ਼ਲ ਚਲਾਇਆ ਗਿਆ। ਸਾਧ ਸੰਗਤ ਜੀ, ਈ ਰਿਕਸ਼ਾ ਇਸ ਕਰਕੇ ਨਹੀਂ ਚਲਾਇਆ ਕਿ ਤੁਸੀਂ ਆਪਣੇ ਘਰੋਂ ਆਸਾਨੀ ਨਾਲ ਆ ਸਕੋ, ਆ ਕੇ ਮੱਥਾ ਟੇਕ ਕੇ ਘਰ ਚਲੇ ਜਾਓ, ਜਾਂ ਆਓ ਮੱਥਾ ਟੇਕ ਕੇ ਘੁੰਮ ਕੇ ਚਲੇ ਜਾਓ, ਜਾਂ ਆਓ ਲੰਗਰ ਖਾ ਕੇ ਘਰ ਚਲੇ ਜਾਓ, ਜਾਂ ਆਓ ਸਿਰਫ ਪੂਰਨਮਾਸ਼ੀ ਸੰਗਰਾਂਦ ਆਇਆ ਕਰੋ। ਇਸ ਵਾਸਤੇ ਈ ਰਿਕਸ਼ਾ ਨਹੀਂ ਚਲਾਇਆ। ਪਰ ਇਸ ਕਰਕੇ ਵੀ ਨਹੀਂ ਚਲਾਇਆ ਕਿ ਤੁਹਾਡੇ ਕਾਰਨ ਸਾਡੀ ਗੋਲਕ ਵੱਧ ਜਾਏ ਤਾਂ ਅਸੀਂ ਵਧੀਆ, ਬਹੁਤ ਵਧੀਆ ਨਗਰ ਕੀਰਤਨ ਕੱਢ ਲਵਾਂਗੇ। ਗੁਰਮਤ ਦਾ ਤੇ ਕੰਮ ਹੈ ਹੀ ਨਹੀਂ ਹੈ ਨਗਰ ਕੀਰਤਨ ਕੱਢਣਾ। ਗੁਰਮਤਿ ਕਿੱਥੇ ਲਿਖਿਆ ਵੀ ਕਿਤਨੀਆਂ ਥਣੀਆਂ ਜਗ੍ਹਾ ਜਗ੍ਹਾ 'ਤੇ ਲੜੀਆਂ ਲਗਾਉਣੀਆਂ, ਕਿਤਨੇ ਤੂਤੂ ਵਾਲੇ ਬੁਲਾਣੇ ਨੇ, ਕਿਤਨੇ ਹਾਥੀ ਘोड़े बुलाने ने, कितने बैंड वाले बुलाने ने, और लोग कहेंगे वाह जी वाह सिख बड़े ग्रेट होते हैं। ऐसे ग्रेट नहीं होते हैं। जब तक शब्द के अनुसार मैं ठीक नहीं जाता, मैं थिर नहीं हो जाता, तो असीं ग्रेट कैसे हो गए। पर सिखां दे कारनामे सुनो। सारी दुनिया विच UNO तो लैके अमेरिकन गौरमेंट तो लैके सारे रिकगनाइज करते हैं, जिथे भी मुसीबत पैंदी है सिख लंगर देन पहुँच जाते हैं, टिक गए। ये है क्वालिटी। नगर कीर्तन से नोन नहीं होते हैं। नगर कीर्तन के तो बाहर हमने लोगों को कहते सुना है, इन्होंने ट्रैफिक जैम कर दिया, मेरी मम्मी को हॉस्पिटल ले जाना था, एम्बुलेंस जाने नहीं दे रहे हैं। दैट मीन्स ਅਸੀਂ ਸਮਝਦਾਰ ਹੋ ਜਾਂਦੇ ਹਾਂ ਸ਼ਬਦ ਸਮਝਣ ਤੋਂ ਬਾਅਦ, ਜਦੋਂ ਅਸੀਂ ਟਿਕ ਜਾਂਦੇ ਹਾਂ, ਜਦੋਂ ਅਸੀਂ ਥਿਰ ਕਰ ਬੈਸੋ ਹਰਜਨ ਪਿਆਰੇ ਹੋ ਜਾਂਦੇ ਹਾਂ। ਅਸੀਂ ਕਮੇਟੀ ਵਿੱਚ ਪਹਿਲੀ ਕਮੇਟੀ ਜਾਂ ਨਵੀਂ ਕਮੇਟੀ ਇੱਕ ਦੂਜੇ ਨੂੰ ਦੇਖ ਸਕਦੇ ਹਾਂ। ਅਸੀਂ ਕਮੇਟੀ 'ਚ ਹਾਂ ਕਿ ਨਹੀਂ ਹਾਂ, ਅਸੀਂ ਗੁਰਦੁਆਰੇ ਆ ਸਕਦੇ ਹਾਂ। ਅਸੀਂ ਗੁਰਦੁਆਰੇ ਇਸ ਕਰਕੇ ਨਹੀਂ ਆਉਣਾ ਪਹਿਲੀ ਕਮੇਟੀ ਚਲੀ ਗਈ मैं नहीं जाऊँगा ਗੁਰਦੁਆਰੇ, या ਅਸੀਂ ਇਸ ਕਰਕੇ ਨਹੀਂ अब नवी कमेटी आई पसंद है तो अब आऊँगा, नहीं इंज नहीं है। ਅਸੀਂ ਗੁਰਦੁਆਰੇ ਆਉਂਦੇ ਹਾਂ, ਮੈਂ ਗੁਰੂ ਦੀ ਗੱਲ ਸੁਣਨੀ ਹੈ ਔਰ ਗੁਰੂ ਦੀ ਗੱਲ ਸੁਣ ਕੇ ਆਪਣੀਆਂ ਕਰਤੂਤਾਂ ਵੱਲ ਧਿਆਨ ਕਰਨਾ ਹੈ। ਸਾਧ ਸੰਗਤ ਜੀ, ਦੈਟ ਇਜ਼ ਦਾ ਪਰਪਸ ਆਫ ਗੁਰਦੁਆਰਾ। ਗੁਰਦੁਆਰਾ ਸਕੂਲ ਹੈ, ਕਾਲਜ ਹੈ, ਚਟਸਾਲ ਹੈ, ਆਪਣੀ ਸੁਰਤ ਮਤ ਬੁੱਧ ਨੂੰ ਘੜਨ ਵਾਸਤੇ, ਆਪਣੇ ਆਪ ਨੂੰ ਔਖੀ ਘੜੀ ਵੇਲੇ ਬਲਵਾਨ ਬਣਾਉਣ ਵਾਸਤੇ, ਸੋ ਦੈਟ ਆਈ ਕੈਨ ਫਾਈਟ ਵਿਦ ਨੈਗੇਟਿਵਸ, ਵਿਦ ਨੈਗੇਟਿਵ ਮੂਵਮੈਂਟਸ। ਜਦੋਂ ਉਹ ਜਾਚ ਆ ਜਾਂਦੀ ਹੈ ਨਾ, ਉਹਨੂੰ ਕਹਿੰਦੇ ਨੇ
हाथ दे राखे अपने को, हाथ दे राखे अपने को, सास सास प्रतिपाले, सास सास प्रतिपाले, सास सास प्रतिपाले। औखी कड़ी न देखण देई, औखी कड़ी न देखण देई, अपना बिरद समान, अपना बिरद समाले। सतगुरु ਦਾ ਬਿਰਦ ਹੈ ਕਿ ਜਦੋਂ ਮੈਨੂੰ ਔਖੀ ਘੜੀ ਪੈਂਦੀ ਹੈ, ਉਹਨੇ ਜਿਹੜਾ ਸ਼ਬਦ ਮੇਰੇ ਇੱਥੇ ਵਸਾਇਆ ਸੀ, ਉਹਨੇ ਮੈਨੂੰ ਕਿਹਾ ਸੀ ਉਸ ਔਖੀ ਘੜੀ ਵੇਲੇ ਜੇ ਗਾਲ ਕੱਢਣ ਦਾ ਦਿਲ ਕਰੇ, ਜੇ ਨਿੰਦਾ ਕਰਨ ਦਾ ਦਿਲ ਕਰੇ, ਜੇ ਕਿਸੇ ਦੀ ਚੁਗਲੀ ਕਰਨ ਦਾ ਦਿਲ ਕਰੇ, ਜੇ ਕਿਸੇ ਦੀ ਲੈਗ ਪੁਲਿੰਗ ਕਰਨ ਦਾ ਦਿਲ ਕਰੇ, ਜੇ ਡਿਸਟਰਕਟਿਵ ਕੁਛ ਵੀ ਕਰਨ ਦਾ ਦਿਲ ਕਰੇ ਨਾ, ਨਹੀਂ ਕਰਨਾ। ਫਿੱਕਾ ਬੋਲਣ ਦਾ ਦਿਲ ਕਰੇ, ਨਹੀਂ ਬੋਲਣਾ। ਨਾਨਕ ਫਿੱਕੇ ਬੋਲਿਆ ਧੰਨਵਾਨ ਫਿੱਕਾ ਹੋਏ। ਜਦੋਂ ਇਸ ਤਰ੍ਹਾਂ ਪ੍ਰੈਕਟਿਸ ਕਰਦੇ ਜਾਂਦੇ ਹਾਂ, ਅਲਟੀਮੇਟਲੀ ਦਿਲ ਕਰਦਾ ਹੀ ਨਹੀਂ ਹੈ ਕਿ ਮੈਂ ਤੈਨੂੰ ਗਾਲ ਕੱਢਾਂ, ਤੈਨੂੰ ਬੁਰਾ ਕਵਾਂ, ਤੇਰੀ ਨਿੰਦਾ ਕਰਾਂ। ਮਨ ਥਿਰ ਹੋ ਗਿਆ। ਇਹਦਾ ਮਤਲਬ ਜਦੋਂ ਅਸੀਂ ਗੁਰਬਾਣੀ ਮੁਤਾਬਕ ਸਮਝਦੇ ਹਾਂ ਕਿ ਮੇਰੇ ਅਵਗੁਣ ਛੁੱਟ ਗਏ, ਈਚ ਅਵਗੁਣ ਨਾਲ ਮਨ ਡੱਕੇ ਡੋਲੇ ਖਾਂਦਾ ਹੈ। ਅਵਗੁਣ ਡੇ ਬਾਈ ਡੇ ਫਿਕਸਅਪ ਕਰਦੇ ਜਾਂਦੇ ਆ, ਮਨ ਟਿਕਦਾ ਜਾਂਦਾ ਹੈ। ਇੰਪਿਊਰਿਟੀਜ਼ ਸੋਨੇ 'ਚੋਂ ਕੱਢਦੇ ਜਾਓ ਔਰ ਉਹਨੂੰ ਅੱਗ ਉੱਤੇ ਰੱਖੋ, ਉਹ ਭੁੜਕਣਾ ਬੰਦ ਹੋ ਜਾਂਦਾ ਹੈ, ਤਲੀ 'ਤੇ ਟਿਕ ਹੀ ਜਾਂਦਾ ਹੈ। ਕਿਤਨੀ ਵਾਰੀ ਇਸ ਕੁਐਸਚਨ ਦਾ ਆਨਸਰ ਸਾਂਝ ਕੀਤਾ ਹੈ। ਮਾਤਾ ਜੀ ਕੁਐਸਚਨ ਕਰਦੇ ਨੇ ਮੈਨੂੰ ਫ਼ੋਨ ਕਰਕੇ, ਤੁਹਾਡਾ ਪ੍ਰੋਗਰਾਮ ਟੀਵੀ 'ਤੇ ਦੇਖਦੀ ਹਾਂ ਬੇਟਾ, ਬੜਾ ਅੱਛਾ ਲੱਗਦਾ। ਹਾਂ ਜੀ ਮਾਂ ਜੀ, ਮੈਂ ਪਾਠ ਕਰਦੀ ਹਾਂ ਗੁਟਕਾ ਹੱਥੋਂ ਛੁੱਟ ਜਾਂਦਾ। ਦੂਜੇ ਮਾਤਾ ਜੀ ਮੈਨੂੰ ਨੀਂਦ ਆ ਜਾਂਦੀ ਹੈ। ਤੀਜੇ ਕਹਿੰਦੇ ਧਿਆਨ ਇੱਧਰ ਉੱਧਰ ਜਾਂਦਾ ਹੈ। ਕਿਵੇਂ ਧਿਆਨ ਇੱਧਰ ਉੱਧਰ ਲੈ ਗਏ? ਸਾਧ ਸੰਗਤ ਜੀ, ਬਸ ਪਾਠ ਜੇ ਸਮਝ ਕੇ ਕਰਨਾ ਸ਼ੁਰੂ ਕੀਤਾ ਨਾ ਤਾਂ ਨੀਂਦ ਨਹੀਂ ਆਏਗੀ, ਗੁਟਕਾ ਹੱਥੋਂ ਨਹੀਂ ਛੁੱਟੇਗਾ, ਧਿਆਨ ਪੈ ਜਾਏਗਾ ਮੇਰੀ ਬਾਤ ਕਰ ਰਹੇ हैं, मेरे अवगुण की बात कर रहे हैं। जे यह गल समझ आ जाए ना, हर कथा शुरू हो गई। वो वाली गल सुननी जिहदे नाल मैं हर जन बनांगा। हर कथा तू सुन रहे मन, शब्द मन वसाए, ए मत तेरी थिर रह तां भरम विचों जाए। जिस तरह मैं एग्जाम्पल दी सी डोमीनेट करन दी, मैं कुछ हूँ, मेरे को बड़ी अक्ल है। और खास तौर पर वड्डियां नूं ये भुलेखा हो जाता है, मैं एवें ही धुप्प च नहीं वाल चिट्टे कीते, मैनू बड़ी अक्ल है, मैं बड़े घाट घाट का पानी पीता है, तू तो कल जम्मिया। हंकार, ये हंकार है ना, मैं कुछ हाँ, इनू गुरु पातशाह कहते ने माधवे क्या कहिए ब्रह्म ऐसा, ब्रह्म ऐसा। माधवे क्या कहिए ब्रह्म ऐसा, ब्रह्म ऐसा। जैसा मानिए होए ना तैसा, जैसा मानिए होए ना तैसा, जैसा मानिए होए ना तैसा, होए ना तैसा, होए ना तैसा। क्या कहिए ब्रह्म ऐसा, ब्रह्म है बस परम। जो तो क्या परम है कि मैं कुछ हाँ, मत टिकेगी नहीं। जो तक परम है कि मैं कुछ हाँ, मेरी सुनी जाए, मेरी मनी जाए, मेरे बगैर कीड़ी ना लंघ सके।
ता फिर मत टिकी नहीं है। यही परम है, इसी को ईगो बोलते हैं। ਕਈਆਂ ਨੂੰ ਬਾਹਰਲੀ ਦੁਨੀਆ ਵਿੱਚ ਆਕੜ ਹੰਕਾਰ ਹੁੰਦੀ ਹੈ, ਕਈਆਂ ਨੂੰ ਧਰਮੀ ਦੁਨੀਆ ਵਿੱਚ ਪੈ ਜਾਂਦੀ ਹੈ। ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਮੈਂ ਇੰਨੇ ਤੀਰਥਾਂ 'ਤੇ ਜਾਂਦਾ ਵਾਂ, ਹਰ ਸੰਗਰਾਂਦ ਮੱਸਿਆ ਪੂਰਨਮਾਸ਼ੀ 'ਤੇ ਜਾਂਦਾ ਵਾਂ, ਇੰਨੀ ਸੰਗਤ ਲੈ ਕੇ ਜਾਂਦਾ ਵਾਂ, ਇੰਨੇ ਸਾਲਾਂ ਤੋਂ ਜਾ ਰਿਹਾ ਵਾਂ। ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। नानक नेफल जाते ज्यों कुंचर स्नान। जैसे हाथी नहाता और मिट्टी डाल लेता है, ये तो वो काम हो गया। सो भरम दूर करना मत टिकण का प्रतीक है। भरम दूर हो जाए तो मानो डेफिशिएंसीज तो छुटते हैं। जे मत नहीं टिकी है, मानो मैं अवगुणा की प्रैक्टिस करता वहाँ, और जे मत टिक गई, इंप्योरिटीज़ गईयाँ, तो मानो भरम भी गया। मेरे अवगुण ही भरम सन, अवगुणा नहीं मैनू मजबूर किया। भरम ही ची रह, डिल्यूजन ही ची रह, गुआचिया ही रह। सॉरी। सो ये शब्द का रहाऊ है। मेरे मन सतगुर की गल सुन के ਉਹਦੇ ਪਿੱਛੇ ਜਿਹੜਾ ਹਿਡਨ ਏਜੰਡਾ ਹੈ ਤੈਨੂੰ ਫਿਕਸਅਪ ਕਰਨ ਦਾ, ਉਸ ਨੂੰ ਹਰ ਕਥਾ ਕਹਿੰਦੇ ਨੇ। ਉਹ ਸੁਣ ਤਾਂ ਕਿ ਤੂੰ ਹਰ ਜਨ ਬਣ ਜਾਏ। ਹੋਰ ਸੌਖਾ ਕਰਨਾ ਹੋਵੇ, मैं टीवी ਤੇ इंटरव्यू सुनी सी, बड़े दिन मन के ऊपर असर रहा, शाहरुख खान बोलता है, जब मैंने देवदास फिल्म की एक्टिंग की। उसने उस कहानी को सुना और कहानी का वो वाला कैरेक्टर ही बन गया, उसमें खो ही गया, वो ही बन गया, महसूस करने लगा। ਤੁਸੀਂ ਸਾਰਿਆਂ ਨੇ ਸੁਣੀ ਹੋਏ ਕਿ ਨਾ ਸੁਣੀ ਹੋਏ, ਮੈਂ ਜਿਸ ਐਂਗਲ ਤੋਂ ਮੈਂ ਗੁਰਮਤ ਦੀ ਐਨਕ ਦੇ ਨਾਲ ਸੋਚ ਰਿਹਾ ਸੀ, ਇਹ ਕਹਿ ਕੀ ਰਹੇ ਨੇ। ਇਹ ਦਰਅਸਲ ਇਹ ਸਮਝਾ ਰਹੇ ਨੇ, ਇਹ ਦੁਨੀਆ ਕੇ ਲੋਗੋ, ਅਗਰ ਹਰ ਕਥਾ ਸੁਣਨੀ ਹੈ ਤਾਂ ਤੁਸੀਂ ਫਿਰ ਹਰ ਜੋ ਕਹਿ ਰਿਹਾ ਹੈ ਇਸ ਕਥਾ ਨੂੰ ਸੁਣ ਕੇ ਵੈਸੇ ਵਾਲਾ ਤੂੰ ਬਣ ਜਾ। ਜੇ ਵੈਸਾ ਵਾਲਾ ਨਹੀਂ ਬਣਿਆ, ਜੋ ਕੁੰਚਰ ਇਸ਼ਨਾਨ ਨੇਫਲ ਜਾ, नुकसान तेरा है। बड़े सारे लोग पूछते हैं धर्म अपनाने की क्या जरूरत है, मन साफ होना चाहिए। उन्होंने मन साफ का मतलब है राती 3 बजे तक सोवो ना, डांस कर सकते हो। मन साफ का मतलब होता है जब जी करे शराब पी लो। मन साफ का मतलब होता है जब मर्जी बॉयफ्रेंड गर्लफ्रेंड को बदल लो। उन्होंने मन साफ की डेफिनेशन ही नहीं पता। हर ईवल कर लो, मन साफ होना चाहिए। धर्म कर्म की जरूरत है, गल्लां करते हैं। फिर कई पूछते अच्छा वीर जी आप बताओ, जब मेरा मन साफ है, मैं तो गुरुद्वारे नहीं जाती या मैं पाठ नहीं करती, फिर नाल की करते हैं, टॉन्ट करते हैं, वो जी गुरुद्वारे तो पॉलिटिक्स होती है। अच्छा जी, उन्हें गुरुद्वारे जो जाते हैं उनका क्या जीवन है? वाह, तेरा की है, तू गल कर। तू निक्की निक्की गल ते डिस्टर्ब हो जाता है, हो जाती हैं, तैनू ईवल्स सतांदे हैं, तू एजिटेटेड फ्यूरियस हो जाती हैं, हो जाता है। अपने बारे सोच। कॉर्पोरेट सेक्टर में काम करते हो तो इससे क्या होता है? करोड़ों रुपए कमाते हो तो इससे क्या होता है? अपनी बैलेंस अवस्था, ये मत तेरी थिर रह सीखनी है। अच्छा कोई रिलीजन मत अपनाओ, अपने इवल्स को भी ठीक कर लो। You are in a religion, you don't have to adopt the religion, you are being of the religion। जो तुम्हारे अंदर है, किसी ने इम्पोज नहीं किया, तुमको समझ में आ गई, ये पैड़े वाला एक्ट में नहीं करना। यू आर बीइंग ऑफ रिलीजन, एट प्रेजेंट यू आर हर जन। सो असी जदों बाणी पढ़ के अपने अंदर दी आवाज़ दी गल सुननी सीख जाते हैं ना, हर कथा समझ आ गई। उन्होंने कहते ने नीकी जी की हर कथा उत्तम, नीकी जी की हर कथा उत्तम, आन सगल रस फीकी रे, आन सगल रस फीकी रे, नीकी जी की हर कथा उत्तम,
नीकी जी की हर कथा उत्तम, आन सगल रस फीकी रे, आन सगल रस फीकी रे। जी की नीकी होंदा चंगी, जी की अंदर वसदे रब दी आवाज़, अंदर वसदे रब दी आवाज़ नूं धुर की बाणी कहंदे ने, खुदाई पैगाम कहंदे ने। ओनू सुन लेना, नीकी जी की अंदर की आवाज़, जहाँ भगवान जी रहते हैं कॉन्शियस में, उसकी ज़मीर की विल की आवाज़ को सुन ले, नीकी है वो, चंगी है। हर कथा नीकी जी की, हर कथा उत्तम। हर कथा का मैना निकल के आया, मेरी इंटरप्रेशन नहीं। मीन्स मन से जो आवाज़ आती है वो आती है रेड लाइट क्रॉस मत कर, तू इग्नोर करता है, तेरी मर्जी है। नीकी जी की हर कथा उत्तम, आन सगल रस फीकी रे। उस तो इलावा जेड़ी सुनेगा, टीवी पे सुनेगा, मीडिया से सुनेगा, अखबारों से सुनेगा, लोगों से सुनेगा, ਉਹਦੇ ਵਿਚਕਾਰ ਫਿੱਕਾ ਸਵਾਦ ਆਏਗਾ। ਜਿਨ੍ਹਾਂ ਨੂੰ ਫਿੱਕੇ ਸਵਾਦ ਦੀ ਆਦਤ ਪੈ ਜਾਏ ਨਾ, ਉਹ ਦਿਨ ਵਿੱਚ 24 ਘੰਟੇ ਉਹਨਾਂ ਦੇ ਘਰ टीवी ਲੱਗਾ ਹੀ ਰਹਿੰਦਾ है। अगर इस चैनल पे खबरें मैंने सारी सुन ली हैं, लेकिन इस पे अगर एडवर्टीज़मेंट आ गई है तो स्विच करो दूसरे चैनल पे, वही खबरें दोबारा रिपीट होएंगी। चलो खबरें चलती रहें, हम खाना खाते रहें, हम नहाते रहें, हम धोते रहें, कानों में आन सगल रस फीकी की बातें पड़ती रहे, कहाँ पर कितने मारे, किसने किसको लूटा, कौन क्या पर कहाँ पर क्या हुआ, वाह 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 वाह। अच्छा ये हुआ, एक घर में बुढ़ा बुढ़ी को नौकर मारा, शुक्र है सानू नहीं मारिया। ਇਹਨੂੰ ਕਹਿੰਦੇ ਨੇ ਇਨਵਿੰਸੀਬਲ। ਤੂੰ ਸੋਚਦਾ ਤੂੰ ਨਹੀਂ ਐਸੇ ਮਰੇਗਾ, ਤੂੰ ਬਹੁਤ ਪ੍ਰੋਟੈਕਟਿਡ ਹੈ। ਨਹੀਂ, ਅਨਸਰਟੇਨਟੀ ਹੈ ਚਾਰੋਂ ਪਾਸੇ, ਚਾਰੋਂ ਪਾਸੇ ਅਨਸਰਟੇਨਟੀ ਨਾਲ ਤੈਨੂੰ ਔਖੀ ਘੜੀ ਪਏਗੀ, ਤੈਨੂੰ ਬਿਹੇਵ ਕਰਨਾ ਠੀਕ ਆਏਗਾ ਨਹੀਂ। ਉਹਨੂੰ ਅੰਤਕਾਲ ਕਹਿੰਦੇ ਨੇ, ਸਰੀਰਕ ਡੈਥ ਨੂੰ ਅੰਤਕਾਲ ਨਹੀਂ ਕਹਿੰਦੇ ਨੇ। ਵੈਨ ਐਵਰ ਔਖੀ ਘੜੀ ਜ਼ਿੰਦਗੀ 'ਚ ਪਈ, 24 ਘੰਟੇ ਸਾਨੂੰ ਪੈਂਦੀ ਹੈ। ਔਰ ਉਸ ਵੇਲੇ ਜੇ ਅਸੀਂ ਨਰਕ 'ਚ ਪੈ ਗਏ, ਉਹਨੂੰ ਕਹਿੰਦੇ ਮਨਮੁਖ ਗਰਭ ਜੂਨੀ ਨਿਤ ਪਾਉਂਦਾ ਜੀਓ। ਜਿਤਨੇ ਨਰਕ ਸੋ ਮਨਮੁਖ ਹੋ ਗਏ, ਅਸੀਂ ਨਰਕ 'ਚ ਪੈਂਦੇ ਹਾਂ, ਮਿਸਅੰਡਰਸਟੈਂਡ ਕਰਦੇ ਹਾਂ, ਨਿੰਦਾ ਕਰਦੇ ਹਾਂ, ਡਿਸਟਰਬ ਰਹਿੰਦੇ ਹਾਂ, ਆਪਣੀ ਗਦੀ ਗੇੜੀ 'ਚ ਪਏ ਰਹਿੰਦੇ ਹਾਂ। ਸੋ ਗੁਰੂ ਪਾਤਸ਼ਾਹ ਅੱਜ ਦੇ ਸ਼ਬਦ 'ਚ ਕਹਿੰਦੇ ਨੇ, ਨਾ ਕਾਸ਼ੀ ਮਤ ਉਪਜੇ ਨਾ ਕਾਸ਼ੀ ਮਤ ਜਾਏ। ਤੀਰਥਾਂ 'ਤੇ ਜਾਣ ਨਾਲ ਤੈਨੂੰ ਇਹ ਅਕਲ ਨਹੀਂ ਆਏਗੀ, ਤੇ ਜੇ ਸਰੀਰ ਤੱਕ ਹੀ ਰਵੇਂ ਤਾਂ ਵੀ ਨਹੀਂ ਆਏਗੀ। ਸਰੀਰ ਨੂੰ ਵੀ ਕਾਂਸੀ ਕਹਿੰਦੇ ਨੇ, ਕਾਂਸੇ ਦਾ ਭਾਂਡਾ ਕਹਿੰਦੇ ਨੇ। ਇਸ ਤਰ੍ਹਾਂ ਨਹੀਂ ਤੈਨੂੰ ਸਮਝ ਆਏਗੀ। ਸਰੀਰ ਦੇ ਸਵਾਦਾਂ ਤੱਕ ਜੇ ਤੂੰ ਰਿਹਾ, ਸੱਚ ਦੀ ਮਤ ਨਹੀਂ ਉਪਜੇਗੀ। ਅੰਦਰ ਵਸਦੇ ਰੱਬ ਦੀ ਗੱਲ ਸੁਣਨੀ ਪਏਗੀ। ਅਦਰ ਦੈਨ ਦੈਟ, ਜੇ ਤੂੰ ਤੀਰਥਾਂ 'ਤੇ ਜਾਂਦਾ ਰਿਹਾ ਤਾਂ ਵੀ ਇਹ ਮਤ ਪੈਦਾ ਨਹੀਂ ਹੋਏਗੀ। ਨਾ ਕਾਸ਼ੀ ਮਤ ਉਪਜੇ ਨਾ ਕਾਸ਼ੀ ਮਤ ਜਾਏ, ਭੈੜੀ ਮਤ ਵੀ ਨਹੀਂ ਜਾਏਗੀ। ਸਤਿਗੁਰ ਮਿਲਿਆ ਮਤ ਉਪਜੈ। ਸਾਧ ਸੰਗਤ ਜੀ, ਸਤਿਗੁਰ ਦੇ ਮਿਲਣ ਦੀ ਨਿਸ਼ਾਨੀ ਪਤਾ ਕੀ ਹੈ? ਸਤਿਗੁਰ ਵਿੱਚੋਂ ਮਾਰ ਕੱਢੀਆਂ ਬੁਰਾਈਆਂ ਕਰਦਾ ਹੈ, ਇਹ ਨਿਸ਼ਾਨੀ ਹੈ। ਜੇ ਮੇਰੀ ਬੁਰਾਈ ਨਹੀਂ ਗਈ, ਤੁਸੀਂ ਮੈਨੂੰ ਕੀ ਕਹੋਗੇ? ਇਹ ਕੌਣ ਹੈ, ਕਿਸਕਾ ਸਿੱਖ ਹੈ? ਸਤਿਗੁਰ ਮਿਲਣ ਦੀ ਨਿਸ਼ਾਨੀ ਹੈ, ਮਾਈ ਬਿਹੇਵੀਅਰ ਇਜ਼ ਚੇਂਜਡ ਆਲਰੇਡੀ, ਆਈ ਐਮ ਬੀਇੰਗ ਆਫ ਸਪਿਰਿਚੁਅਲਿਟੀ। ਜੇ ਮੈਂ ਉਹ ਬੀਂਗ ਨਹੀਂ ਹਾਂ, ਪੱਗ ਨੂੰ ਸਤਿਗੁਰ ਦਾ ਮਿਲਣਾ ਨਹੀਂ ਕਹਿੰਦੇ ਨੇ, ਇਸ ਦਾੜੀ ਕੇਸ ਨੂੰ ਸਤਿਗੁਰ ਦਾ ਮਿਲਣਾ ਨਹੀਂ ਕਹਿੰਦੇ ਨੇ, ਮੇਰੇ ਲਈ ਬਾਹਰੀ ਵੇਸ਼ ਭੂਸ਼ਾ ਨੂੰ ਸਤਿਗੁਰ ਦਾ ਮਿਲਣਾ ਨਹੀਂ ਕਹਿੰਦੇ ਨੇ। ਜਦੋਂ ਸਤਿਗੁਰ ਨੂੰ ਮਿਲਣ ਤੋਂ ਬਾਅਦ ਮੇਰੀ ਡੈਫੀਸ਼ੀਐਂਸੀਜ਼, ਸ਼ਾਰਟਕਮਿੰਗਸ, ਫਲॉज, ਈਵਲਸ, ਇਮੋਰੈਲਿਟੀ, ਮਿਸਚੀਵੀਅਸਨੈਸ, ਡਿਸੀਟਫੁਲਨੈਸ ਜੇ ਮੇਰੀ ਚਲੀ ਗਈ ਹੈ, ਔਰ ਮੇਰੇ ਚੰਗੇ ਗੁਣ ਦਾ ਬਿਹੇਵੀਅਰ ਨੂੰ ਮੈਂ ਮਾਣ ਰਿਹਾ ਨਾ, ਉਹਨੂੰ ਕਹਿੰਦੇ ਨੇ ਆਨੰਦ ਪਿਆ ਮੇਰੀ ਮਾਏ। ਕੀ ਹੋਇਆ? ਸਤਿਗੁਰੂ ਮੈਂ ਪਾਇਆ। ਸਤਿਗੁਰੂ ਮੈਂ ਪਾਇਆ ਮੀਨਸ ਮੈਂ ਅਵਗੁਣ ਛੱਡੇ, ਤਾਂ ਆਨੰਦ ਆਇਆ ਨਾ। ਵਰਨਾ ਆਨੰਦ ਨਹੀਂ ਆਤਾ ਹੈ। ਦਿਨ ਰਾਤ ਸੜੇ ਕੁੜੇ ਰਹਿੰਦੇ ਹਾਂ, ਤਿਉੜੀ ਚੜੀ ਰਹਿੰਦੀ ਹੈ, ਹਰ ਵੇਲੇ ਗਰਦਨ ਆਕੜੀ ਰਹਿੰਦੀ ਹੈ। ਮੈਂ ਕੁਛ ਹਾਂ, ਇਹ ਭਰਮ ਹੈ। ਸਤਿਗੁਰ ਮਿਲਿਆ ਮਤ ਉਪਜੇ ਤਾਂ ਇਹ ਸੋਝੀ ਪਾਏ, ਤਾਂ ਦਰਅਸਲ ਸੋਝੀ ਹੁੰਦੀ ਹੈ। ਪੰਕਤੀਆਂ ਯਾਦ ਕਰਨ ਨਾਲ ਸੋਝੀ ਨਹੀਂ ਹੁੰਦੀ ਹੈ। पंक्ति याद करनी अच्छी गल है, पर इत्थे वसा लैनी, प्रैक्टिकल करना फायदा है। हर कथा तू सुन रहे मन, शब्द मन वसाए, ये मत तेरी थिर रहे, तब भरम विचों जाए।
ਤਾਂ ਅਸੀਂ ਟਿਕ ਜਾਂਦੇ ਹਾਂ। ਇਹਦਾ ਮਤਲਬ ਅਵਗੁਣਾ ਦਾ ਮਤਲਬ ਹੈ ਨਾ ਟਿਕਣਾ। अवगुण छड़ देते टिक गए। चौकड़ा नहीं मारना पड़ा, कोई माला नहीं फेरनी पड़ी, कोई मेडिटेशन नहीं करनी पड़ी, किसी पोस्चर में नहीं बैठना पड़ा, कहीं जाना नहीं पड़ा। उठत बैठत सोवत त्याई है, मार्ग चलत हरे हर गाई है। जे मेरी कार वधी है और कोई कूड़ा चुक्कन वाले ने हाथ लगा, ओए तुमने कार मैली कर दी, तब मैं रब जी का सिमरन नहीं कर रहा। पर जे मैं कार चला रहा और मैं सड़क के किनारे ते खड़ा होया, भावें वो कोई भी है, अगर मैं उसनू बड़े प्यार नाल अपनी कार विच बिठा लैंदा तो मैं सिमरन कर रहा, मैं रब जी नू याद कर रहा। हर चरण हृदय वसाए तू किलविख होवे नास। किलविख अवगुण नास हो जाते हैं। हर चरण का मतलब गुरु ग्रंथ साहिब जी का जोड़ा पीड़ा है, इनू नहीं कहते हैं, पालकी के पीड़े कुट्टण नू नहीं कहते हैं। कई लोग रखड़ी वाले दिन तुसी देखोगे जंगले नू रखड़ियाँ बन जाएंगे। एक ना गुरु पातशाह जी की बाँह है, ना पीड़े दियाँ उत्थे जड़ियाँ पिलर्स ने थल्ले, उन्होंने कहते हैं। हर के चरण की ने सतगुर दे दसे हुए चंगे गुण, चंगे गुण नू फॉलो करना, पद चिन्ह को फॉलो करना हर चरण कहलाता है। हर चरण हृदय वसाए तू किलविख होवे नास, पंचभू आत्मा वास करे। पंचभू आत्मा की होंदा है? पंचभू आत्मा होंदा है मेरा जिहड़ा मन काम क्रोध अहंकार ईर्ष्या आशा निंदा चुगली वगैरह दे विच खचत है ना, इनू जदों असीं वस कर लैंदे आ ना तां इनू कहंदे ने आत्मा पर आत्मा, आत्मा पर आत्मा, एको करे, एको करे, अंतर की दुविधा अंतर मरै। अपने मन नू मीनस आत्मा नू रब जी की आत्मा नाल जोड़ लै। पर आत्मा, पर आत्मा मेरा मन, अंदर वसदे रब जी आत्मा। सो जदों असी इसनू हर चरण हृदय वसाए तू किलविख होवे नास, पंचभू आत्मा वस करै। अपने मन की ढैंदियां गल्लां वाली अवस्था नू वस कर लेना मीनस अपनी आत्मा ट्रांसफॉर्म हो गई, रब जी नाल इकमिक हो गए। पंचभू आत्मा वास करें तो तीरथ करे निवास, इनू तीरथ कहते हैं। जो इंसान तीरथ ते जाते हैं ना उन्हों का भुलेखा एस पर गुरबाणी। पर जो टिक जाते हैं अवगुण दूर कर लेंदे ने, अंतरगत कर लेंदे ने, अंतरगत तीरथ मल ना हो, उन्होंने नहीं जाना पैंदा। ਇਹਦਾ मतलब ਜਿਹੜੇ ਜਾਂਦੇ ਨੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾ ਹੱਥਿਆ ਦੋਏ ਪਾਚੜੀਆ ਸੋਰ, बाहर धोती तुमड़ी अंदर विष निकोर, साध भले अण नात्या चोर से चोरा चोर। अच्छा चोर नहाने जाते हैं तीर्थों पे क्योंकि वो समझते हैं मैंने पाप बख्शवा लिया। अंदर टिक जा, अवगुणा नू दूर कर, पंचभू आत्मा बस करे तो तीरथ करे निवास। मन मुखे मन मुग्ध है, मूर्ख है तो नहीं समझदा, सोझी किछु ना पाए, कुछ समझदा ही नहीं है। हर का नाम ना बुझे अंत गया पछताए, सच नू समझदा नहीं है। अवगुणा का जो वेला आंदा है उस वेले अवगुण करके पछतांदा रहंदा है। अंत गया अवगुण दे विच फस के आत्मक मौत मर के बाद ही पछतांदा, हाय मेरी स्लिप ऑफ टंग हो गई, हाय मेरे से गाली निकल गई, हाय मेरे से ये हो गया, हाय बाद ही रिग्रेट करदा है। हर का नाम न बुझे अंत गया पछताए, ए मन काशी सब तीरथ सिमरत। अंदर ही साढ़े ਜਿਹੜੇ अंदर की आवाज़ सुनते हैं उन्होंने वेद कहते हैं, उन्होंने शास्त्र कहते हैं, उन्होंने तीरथ कहते हैं, उन्होंने सिमरत कहते, सिमरती कहते हैं। ये मन काशी यही तीरथ है, यही सिमरती है। ये सतगुर ने समझा दिता। 68 तीरथ 30 संग रहे, ਉਹਦੇ अंदर ही 68 तीरथ का इशनान हो गया। ਅਸੀਂ 68 ਨੂੰ किसी होर प्रोग्राम में अच्छी तरह समझ चुके हुए हैं। सो अज लिमिटेड समय अंदर ਉਹਦੇ अंदर ही 68 तीरथ हैं जिन्हां ਹਿਰਦੇ ਰਿਹਾ समाए, जो सतगुर दे नाल भाव अंदर दे रब जी दे नाल इकमिक हो जाते ने। आत्मा रब जी
ਪਰ ਆਤਮਾ ਮਨ ਦੋਨੋਂ ਜਦੋਂ ਇੱਕ ਹੋ ਜਾਂਦੇ ਨੇ ਦੁਬਦਾ ਖਤਮ ਹੋ ਜਾਂਦੀ ਹੈ। ਨਾਨਕ ਸਤਿਗੁਰ ਮਿਲਿਆ ਹੁਕਮ ਬੁਝਿਆ। ਹੁਕਮ ਦਾ ਮਤਲਬ ਕੁਦਰਤ ਦੇ ਨਿਯਮ ਸਮਝ ਆ ਗਏ ਕਿ ਮੁਝਕੋ ਕੈਸੇ ਬਿਹੇਵ ਕਰਨਾ ਚਾਹੀਏ। ਭਾਵੇਂ ਕੋਈ ਧਰਮ ਨਾ ਲਵੇ, ਭਾਵੇਂ ਕੋਈ ਐਥੀਸਟ ਕਮਿਊਨਿਸਟ ਹੋਵੇ, ਜੇ ਕੁਦਰਤ ਦੇ ਨਿਯਮ ਸਮਝ ਆ ਗਏ ਨਾ, ਮਨੁੱਖਾਂ ਨਾਲ ਨਫ਼ਰਤ ਨਹੀਂ ਕਰਨੀ, ਊਚ ਨੀਚ ਜਾਤ ਪਾਤ ਦਾ ਭੇਦਭਾਵ ਨਹੀਂ ਕਰਨਾ, ਹਿੰਦੂ ਮੁਸਲਮਾਨ ਸਿੱਖ ਈਸਾਈ ਦਾ ਕਮਿਊਨਲ ਹੇਟਰੇਡ ਨਹੀਂ ਕਰਨੀ, ਅਮੀਰ ਗਰੀਬ ਦਾ ਵਿਤਕਰਾ ਨਹੀਂ ਕਰਨਾ, ਬਸ ਗੱਲ ਬਣ ਜਾਏਗੀ। ਨਾਨਕ ਸਤਿਗੁਰ ਮਿਲਿਆ ਹੁਕਮ ਬੁਝਿਆ। ਹੁਕਮ ਹੈ ਵੇ समझ आ गया। हुक्म ਇਹਨੂੰ नहीं कहते एक कौम दूसरी कौम को मारे तो हुक्म मान लो, भगवान का हुक्म है। कोई पति अपनी पत्नी ਨੂੰ मारे दाज ਦੇ ਨਾ ਹੇਠਾਂ ਸੱਸ ਤੰਗ ਕਰੇ, ਜਿਵੇਂ ਰੱਬ ਜੀ ਦਾ ਹੁਕਮ ਹੈ ਪਾਣਾ, ਇਹਨੂੰ ਨਹੀਂ ਕਹਿੰਦੇ ਨੇ। ਹੁਕਮ ਦਾ ਮਤਲਬ ਹੈ ਕੁਦਰਤ ਦੇ ਨਿਯਮ ਸਮਝ ਆਣਾ, ਉਹਨੂੰ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ। ਨਾਨਕ ਲਿਖਿਆ ਨਾਲ, ਨਾਨਕ ਸਤਿਗੁਰ ਮਿਲਿਆ ਹੁਕਮ ਬੁਝਿਆ, ਏਕ ਵਸਿਆ ਮਨ ਆਏ, ਤਾਂ ਇੱਕ ਵਸ ਜਾਂਦਾ ਹੈ ਰੱਬ ਮਨ ਵਿੱਚ। ਜੋ ਤੁਧ ਭਾਵੈ ਸਭ ਸੱਚ ਹੈ। ਉਸ ਵੇਲੇ ਜਿਹੜੀ ਅਵਸਥਾ ਬਣਦੀ ਹੈ ਅਕੋਰਡਿੰਗ ਟੂ ਹੁਕਮ, ਮਨ ਨੂੰ ਸੱਚ ਪਾ ਗਿਆ, ਔਰ ਸੱਚ ਪਾਉਣ ਤੋਂ ਬਾਅਦ ਉਹ ਕਹਿੰਦਾ ਜੋ ਕੁਛ। ਵਰਨਾ ਮੈਂ ਲੋਕਾਂ ਨੂੰ ਕਹਿੰਦਿਆਂ ਸੁਣਿਆ, ਦਿਨ ਰਾਤ ਕਿਲਸਦੇ ਰਹਿੰਦੇ ਨੇ, ਦਿਨ ਰਾਤ ਕਲ ਕਰਦੇ ਰਹਿੰਦੇ ਨੇ, ਦਿਨ ਰਾਤ ਦੁਖੀ ਰਹਿੰਦੇ ਨੇ, ਦਿਨ ਰਾਤ ਲੋਕਾਂ ਦੀ ਨਿੰਦਾ ਚੁਗਲੀ ਕਰਦੇ ਰਹਿੰਦੇ ਨੇ। ਫਿਰ ਉਹਨਾਂ ਨੂੰ ਪੁੱਛੋ ਕੀ ਹਾਲ ਹੈ, ਜਿਵੇਂ ਜਿਹੜੀ ਘੜੀ ਲੰਘਾਏ ਉਹਦੀ ਰਜ਼ਾ 'ਚ ਰਹੀਦਾ। ਅੱਛਾ, ਤੇ ਰਜ਼ਾ 'ਚ ਤਾਂ ਸਾਫ਼ ਸਮਝ ਆਉਂਦਾ ਤੂੰ ਕਿੰਨਾ ਕਿਹਦੇ 'ਚ ਰਹਿੰਦਾ। ਜੇ ਤੈਨੂੰ ਧਰਮ ਦਾ ਕੰਮ ਕਰਦਿਆਂ ਜਾਂ ਡਿਵਾਈਨ ਕੰਮ ਕਰਦਿਆਂ ਖੇੜਾ ਨਹੀਂ ਨਾ ਆ ਰਿਹਾ, ਤਾਂ ਤੂੰ ਰਜ਼ਾ 'ਚ ਹੈ ਨਹੀਂ ਹੈ, ਵੈਸੇ ਤੇਰਾ ਆਪਣਾ ਭੁਲੇਖਾ ਹੈ। ਔਰ ਲੋਕਾਂ ਨੂੰ ਦਿਖਾਉਣ ਵਾਸਤੇ ਧਰਮੀ ਬਈ ਅਸੀਂ ਕਿਤਨੇ ਰਜ਼ਾ 'ਚ ਰਹਿੰਦੇ ਹਾਂ। ਜਿਵੇਂ ਰੱਖੇ ਬਸ ਉਹਦਾ ਪਾਣਾ, ਜਿਵੇਂ ਰੱਬ ਦੀ ਮਰਜ਼ੀ, ਤੇ ਨਿੰਦਾ ਕਰਨ ਵੇਲੇ ਤੇਰੀ ਮਰਜ਼ੀ। ਰੱਬ ਦੀ ਮਰਜ਼ੀ ਤੇ ਹੈ ਵੇ ਫਰੀਦਾ ਖਾਲਕ ਖਲਕ ਮੈਂ ਖਲਕ ਵਸਿਆ ਰੱਬ ਮਾਏ। ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ, ਤੂੰ ਕਿਸ ਨੂੰ ਮੰਦਾ ਆਖਦਾ ਰਹਿਣਾ। ਰੱਬ ਦੀ ਮਰਜ਼ੀ ਤੇ ਹੈ ਨਿੰਦਾ ਭਲੀ ਕਿਸੇ ਕੀ ਨਹੀਂ, ਤੂੰ ਕਿਹਦੀ ਨਿੰਦਾ ਕਰਦਾ ਰਹਿਣਾ। ਰੱਬ ਦੀ ਮਰਜ਼ੀ, ਰੱਬ ਦੀ ਦਾ ਰਜ਼ਾ, ਲਾਜ਼ ਆਫ ਨੇਚਰ ਇਕੁਐਲਿਟੀ ਸਿਖਾਉਂਦੇ ਨੇ, ਔਰ ਨਿੰਦਾ ਭਲੀ ਕਿਸੇ ਕੀ ਨਹੀਂ ਸਿਖਾਉਂਦੇ ਨੇ। ਕਰਨਾ ਸੁਣੇ ਕਾਹੂ ਕੀ ਨਿੰਦਾ। ਬਸ ਜੀਵਨ ਜਾਚ ਸਾਧ ਸੰਗਤ ਦੀ ਬਦਲਦੀ ਜਾਏਗੀ, बढ़ती ਜਾਏਗੀ, ਅਸੀਂ ਟਿਕਦੇ ਜਾਵਾਂਗੇ, ਮੈਡੀਟੇਸ਼ਨ ਹੁੰਦੀ ਜਾਏਗੀ। ਇਹਨੂੰ ਉੱਠਦਿਆਂ ਬੈਠਦਿਆਂ ਰੱਬ ਜੀ ਦਾ ਨਾਂ ਜਪਣਾ ਕਹਿੰਦੇ ਨੇ। ਜੋ ਤੁਧ ਭਾਵੈ ਸਭ ਸੱਚ ਹੈ, ਤਾਂ ਉਸ ਵੇਲੇ ਅਵਸਥਾ ਬਣਦੀ ਹੈ ਕਿ ਰੱਬ ਜੀ ਦੇ ਨਿਯਮਾਂ ਵਿੱਚ ਜੋ ਚੱਲ ਰਿਹਾ ਸਭ ਸੱਚ ਹੈ, ਸੱਚੇ ਰਹਿ ਸਮਾਏ, ਉਹਦੇ ਨਾਲ ਅਬਾਈਡ ਹੋ ਕੇ ਰਹਿਣਾ।